ਸੰਗਤ ਟੈਲੀਵਿਜ਼ਨ ਦੇ ਨਾਲ ਜੁੜੀਆਂ ਸਾਰੀਆਂ ਸੰਗਤਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਇੱਕ ਵਾਰ ਫਿਰ ਤੁਹਾਨੂੰ ਸਿੰਘੂ ਬਾਰਡਰ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ। ਸੋ ਦਰਸ਼ਨ ਸ਼ਬਦ ਮੈਂ ਇਸ ਲਈ ਵਰਤ ਰਿਹਾ ਕਿਉਂਕਿ ਇੱਕ ਇਤਿਹਾਸ ਜੁੜ ਰਿਹਾ ਇਸ ਵਰਤਾਰੇ ਦੇ ਨਾਲ, ਅਤੇ ਜੋ ਵੀ ਵਰਤਾਰਾ ਵਰਤ ਰਿਹਾ ਇਹਦੇ ਵਿੱਚ ਸ਼ਮੂਲੀਅਤ ਹੋ ਰਹੀ ਹੈ ਸਿੱਖ ਸੰਸਥਾਵਾਂ ਦੀ, ਮਹਾਂਪੁਰਖਾਂ ਦੀ, ਅਤੇ ਸਾਡੀਆਂ ਸਾਰੀਆਂ ਸੰਪਰਦਾਵਾਂ ਦੀ ਜਿਹੜੀਆਂ ਸਦੀਆਂ ਤੋਂ ਸਮਾਜ ਦੀ ਅਤੇ ਕਹਿ ਸਕਦੇ ਹਾਂ ਕਿ ਇਨਸਾਨੀਅਤ ਦੀ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਨੇ। ਸੋ ਉਸੇ ਦੇ ਤਹਿਤ ਚੱਲਦਿਆਂ ਹੀ ਅੱਜ ਇੱਕ ਵਾਰ ਫਿਰ ਅਸੀਂ ਆਨੰਦਗੜ੍ਹ ਸਾਹਿਬ ਵਾਲੇ ਜਿਹੜੇ ਮਹਾਂਪੁਰਖ ਨੇ ਉਹਨਾਂ ਦੇ ਲੰਗਰਾਂ ਦੇ ਉੱਤੇ ਇਸ ਸਮੇਂ ਖੜ੍ਹੇ ਹਾਂ ਸਿੰਘੂ ਬਾਰਡਰ ਦੇ ਉੱਤੇ। ਜਿਵੇਂ ਕਿ ਤੁਸੀਂ ਦੇਖਦੇ ਹੀ ਆ ਰਹੇ ਹੋ ਕਿ ਜਿਹੜੀਆਂ ਇਹਨਾਂ ਦੀਆਂ ਸੇਵਾਵਾਂ ਨੇ ਉਹ ਪਿਛਲੇ 2 ਮਹੀਨੇ ਤੋਂ, ਮਤਲਬ ਜਦੋਂ ਦਾ ਵੀ 2 ਮਹੀਨੇ ਤੋਂ ਵੀ ਉੱਪਰ ਸਮਾਂ ਹੋ ਗਿਆ, 2.5 ਮਹੀਨੇ ਦੇ ਕਰੀਬ, ਉਦੋਂ ਦੀਆਂ ਹੀ ਜਿਹੜੀਆਂ ਸੇਵਾਵਾਂ ਨੇ ਇਹ ਨਿਰੰਤਰ ਚੱਲ ਰਹੀਆਂ ਨੇ। ਅੱਗੇ 27-28 ਤਰੀਕ ਨੂੰ 3 ਮਹੀਨੇ ਜਿਹੜੇ ਆ ਉਹ ਪੂਰੇ ਹੋ ਜਾਣੇ ਆ। ਅਤੇ ਇਸ ਸਮੇਂ ਬੜੀਆਂ ਹੀ ਇੱਥੇ ਮਹਾਨ ਰੂਹਾਂ, ਮਹਾਨ ਸ਼ਖਸੀਅਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਤੁਹਾਨੂੰ ਵੀ ਟੈਲੀਵਿਜ਼ਨ ਦੇ ਜ਼ਰੀਏ ਉਹਨਾਂ ਨਾਲ ਮਿਲਵਾਇਆ, ਅਤੇ ਆਓ ਅੱਜ ਇੱਕ ਵਾਰ ਫਿਰ ਆਪਾਂ ਮਿਲਾਂਗੇ। ਇੱਥੇ ਸਾਰੇ ਮਹਾਂਪੁਰਖ ਸਾਡੇ ਨਾਲ ਮੌਜੂਦ ਨੇ। ਸੋ ਸੰਗਤ ਜੀ, ਇਸ ਸਮੇਂ ਸਾਡੇ ਨਾਲ ਨਿਸ਼ਕਾਮ ਸੇਵਕ ਜਥਾ UK ਦੀ ਜਿਹੜੀ ਇੱਕ ਐਸੋਸੀਏਸ਼ਨ ਚੱਲ ਰਹੀ, ਉਹਦੇ ਤਹਿਤ ਇੰਡੀਆ ਦੇ ਵਿੱਚ ਜਿਹੜੇ ਮੁੱਖ ਸੇਵਾਦਾਰ ਭਾਈ ਇੰਦਰਜੀਤ ਸਿੰਘ ਬਿੱਟੂ ਜੀ ਸਾਡੇ ਨਾਲ ਮੌਜੂਦ ਨੇ, ਜਿਹੜੇ ਪਿਛਲੇ ਲੰਮੇ ਅਰਸੇ ਤੋਂ ਜਿਹੜੀਆਂ ਸੇਵਾਵਾਂ ਨਿਭਾ ਰਹੇ ਨੇ ਭਾਰਤ ਦੇ ਵਿੱਚ। ਇਸ ਸਮੇਂ ਇੱਥੇ ਬਿਰਾਜਮਾਨ ਨੇ। ਜਿਹੜਾ ਪੜਾਅ, ਜਿਵੇਂ ਕਿ ਤੁਹਾਨੂੰ ਦੱਸਿਆ, ਆਨੰਦਗੜ੍ਹ ਸਾਹਿਬ ਵਾਲੇ ਜਿਹੜੇ ਮਹਾਂਪੁਰਖ ਨੇ ਉਹਨਾਂ ਦੇ ਪੜਾਅ ਦੇ ਉੱਤੇ ਇਸ ਸਮੇਂ ਅਸੀਂ ਸਿੰਘੂ ਬਾਰਡਰ 'ਤੇ ਮੌਜੂਦ ਹਾਂ। ਅਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਮੋਰਚੇ ਬਾਰੇ ਅਤੇ ਜਿਹੜੀਆਂ ਮਹਾਂਪੁਰਖਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਉਹਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ। ਮੈਂ ਚਾਹੁੰਦਾ ਕਿ ਸੰਗਤਾਂ ਨਾਲ ਸਾਂਝੇ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਸਿੱਖਾਂ 'ਤੇ ਕੀ ਪੂਰੇ ਹਿੰਦੁਸਤਾਨ ਦੇ ਕਿਸਾਨਾਂ 'ਤੇ ਇੱਕ ਬਹੁਤ ਹੀ ਭਾਰਾ ਟਾਈਮ ਚੱਲ ਰਿਹਾ ਹੈ। ਜੋ ਸਰਕਾਰ ਨੇ ਇੱਕ ਕਾਲੇ 3 ਕਾਨੂੰਨ ਜਿਹੜੇ ਆ ਉਹ ਸਿੱਖਾਂ ਦੇ ਉੱਪਰ ਥੋਪੇ ਨੇ, ਅਤੇ ਸਿੱਖਾਂ ਦੇ ਨਾਲ ਨਾਲ ਪੂਰੇ ਦੇਸ਼ ਦੇ ਹੋਰ ਕਿਸਾਨਾਂ 'ਤੇ ਵੀ ਥੋਪੇ ਨੇ, ਕਿਉਂਕਿ ਇਹਦਾ ਸਭ ਤੋਂ ਭੈੜਾ ਅਸਰ ਜਿਹੜਾ ਆ ਉਹ ਕਿਸਾਨੀ ਦੇ ਉੱਤੇ ਪਏਗਾ। ਅਤੇ ਖ਼ਾਸ ਤੌਰ 'ਤੇ ਪੰਜਾਬ, ਹਰਿਆਣਾ, ਵੈਸਟਰਨ UP ਇਹ ਕਿਸਾਨੀ ਪ੍ਰਧਾਨ ਔਰ ਸਭ ਤੋਂ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਪ੍ਰੋਡਕਸ਼ਨ ਦੇਣੇ ਵਾਲੇ ਸੂਬੇ ਨੇ। ਇਹਨਾਂ 'ਤੇ ਸਭ ਤੋਂ ਜ਼ਿਆਦਾ ਇਹਦਾ ਇਫੈਕਟ ਪਏਗਾ। ਅਤੇ ਇਸ ਚੀਜ਼ ਨੂੰ ਸਾਰੇ ਜਾਣੇ ਬਹੁਤ ਚੰਗੀ ਤਰ੍ਹਾਂ, ਕਿਉਂਕਿ ਪੜ੍ਹਿਆ ਲਿਖਿਆ ਤਬਕਾ ਵੀ ਇਸੇ ਖਿੱਤੇ ਵਿੱਚ ਵੱਸਦਾ ਆ, ਕਿਸਾਨਾਂ ਦੇ ਵਿੱਚ, ਅਤੇ ਉਹ ਸਾਰਿਆਂ ਨੇ ਇਹਨਾਂ ਨੂੰ ਡਰ ਪੈ ਗਿਆ ਸਭ ਨੂੰ ਇਸ ਚੀਜ਼ ਦਾ ਕਿ ਬਈ ਇਹ ਤਾਂ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਜਿਹੜਾ ਉਹ ਖਤਮ ਹੋ ਜਾਏਗਾ। ਸੋ ਉਸ ਕਰਕੇ ਇਹ ਇੱਕ ਵੱਡਾ ਮੋਰਚਾ ਜੋ ਪਿਛਲੇ ਜੂਨ ਤੋਂ ਹੀ ਤਕਰੀਬਨ ਸ਼ੁਰੂ ਕੀਤਾ ਹੋਇਆ, ਪਹਿਲਾਂ ਪੰਜਾਬ 'ਚ ਸੀਗਾ, ਪੰਜਾਬ ਤੋਂ ਹੁੰਦਾ ਉਹ ਦਿੱਲੀ ਦੇ ਬਾਰਡਰਾਂ 'ਤੇ ਆ ਕੇ ਤਕਰੀਬਨ ਪਿਛਲੇ 2.5 ਮਹੀਨਿਆਂ ਤੋਂ ਚੱਲ ਰਿਹਾ ਹੈ। ਉਹਦੇ ਵਿੱਚ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਦੀ ਜਿਹੜੀ ਸੰਸਥਾ ਹੈ ਸਾਡੀ ਕਾਰ ਸੇਵਾ ਦੀ, ਬਹੁਤ ਹੀ ਪੁਰਾਣੀ, ਸੰਤ ਬਾਬਾ ਸੇਵਾ ਸਿੰਘ ਜੀ ਦੇ ਟਾਈਮ ਤੋਂ ਸੰਤ ਬਾਬਾ ਲਾਭ ਸਿੰਘ ਜੀ, ਸੰਤ ਬਾਬਾ ਭਾਗ ਸਿੰਘ ਜੀ, ਬਾਬਾ ਹਰਭਜਨ ਸਿੰਘ ਜੀ ਭਲਵਾਨ, ਉਹਨਾਂ ਤੋਂ ਬਾਅਦ ਬਾਬਾ ਸੁੱਚਾ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ, ਇੱਕ ਵੱਡੀ ਜਿਹੜੀ ਸੰਸਥਾ ਆ ਇਹ ਚੱਲੀ ਆ ਰਹੀ ਆ। ਅਤੇ ਇਹ ਜਿੱਥੇ ਆਨੰਦਗੜ੍ਹ ਕਿਲ੍ਹੇ ਦੀ ਇਹਨਾਂ ਨੇ ਸੇਵਾ ਕੀਤੀ, ਹੋਰ ਵੀ ਅਨੇਕਾਂ ਸੈਂਕੜਿਆਂ ਦੇ ਵਿੱਚ ਸਥਾਨਾਂ ਦੀ ਸੇਵਾ ਕੀਤੀ ਇਸ ਸੰਸਥਾ ਨੇ। ਅਤੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨਾਲ ਇਸ ਸੰਸਥਾ ਦਾ ਬਹੁਤ ਹੀ ਪੁਰਾਣਾ ਸੰਬੰਧ ਹੈ। ਬਹੁਤ ਲੰਬੇ ਟਾਈਮ ਤੋਂ ਸੰਤ ਬਾਬਾ ਸੇਵਾ ਸਿੰਘ ਜੀ ਜੋ ਪਹਿਲੇ ਇਹਨਾਂ ਦੇ ਮੁਖੀ ਸਨ, ਉਹਨਾਂ ਤੋਂ ਲੈ ਕੇ ਅੱਜ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਦੇ ਨਾਲ ਇਕੱਠੇ ਰਲ ਕੇ ਬਹੁਤ ਸਾਰੇ ਅਸੀਂ ਪ੍ਰੋਜੈਕਟ ਕਰਦੇ ਹਾਂ, ਇਕੱਠੇ ਰਲ ਕੇ ਲੰਗਰਾਂ ਦੀ, ਸ਼ਤਾਬਦੀ ਸਮਾਗਮਾਂ 'ਤੇ ਸੇਵਾ ਕਰਦੇ ਹਾਂ। ਅਤੇ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿਖੇ ਜੋ ਮੂਲ ਮੰਤਰ ਸਥਾਨ ਬਣ ਰਿਹਾ, ਉਹਦੀ ਸੇਵਾ ਵੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਅਤੇ ਕਿਲ੍ਹਾ ਆਨੰਦਗੜ੍ਹ ਦੀ ਸੰਸਥਾ ਇਕੱਠੇ ਰਲ ਕੇ ਹੀ ਕਰਦੇ ਹਾਂ। ਸੋ ਇਸ ਤਰ੍ਹਾਂ ਉਸ ਟਾਈਮ ਜਦੋਂ ਇਹ ਸਾਰਾ ਵਿਚਾਰ ਕੀਤਾ ਗਿਆ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਕਿ ਬਈ ਅਸੀਂ ਹੁਣ ਜਾ ਕੇ ਸ਼ੰਭੂ ਬਾਰਡਰ 'ਤੇ ਜਿਹੜਾ ਲੰਗਰ ਦੀ ਉਹ ਕਿਸਾਨਾਂ ਵਾਸਤੇ, ਸੰਗਤ ਵਾਸਤੇ, ਅਤੇ ਸੰਗਤ ਕੀ ਕੋਈ ਜਾਣਾ ਵੀ ਇੱਥੇ ਕਿਸੇ ਨੂੰ ਰੋਕਿਆ ਨਹੀਂ ਜਾਂਦਾ, ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ, ਚਾਹੇ ਕਿਸਾਨ ਆ ਚਾਹੇ ਉਹ ਨਹੀਂ ਵੀ ਕਿਸਾਨ, ਗੁਰੂ ਦਾ ਲੰਗਰ ਹਰ ਕੋਈ ਛਕ ਸਕਦਾ ਹੈ। ਸੋ ਬਾਬਾ ਸਤਨਾਮ ਸਿੰਘ ਹੁਣਾਂ ਦੀ ਬੜੀ ਵੱਡੀ ਘਾਲਣਾ ਆ, ਅਤੇ ਉਹ ਪਿਛਲੇ 2.5 ਮਹੀਨੇ ਤੋਂ ਇਸ ਜਗ੍ਹਾ 'ਤੇ ਬੈਠੇ ਨੇ। ਅਤੇ ਦੇਖੋ, ਆਪ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੇ ਇੰਨਾ ਵੱਡਾ ਇੱਥੇ ਤਕਰੀਬਨ
200 ਫੁੱਟ ਲੰਬਾ ਸ਼ੈੱਡ ਜਿਹੜਾ ਆ ਉਹ ਰੋਡ ਤੇ ਬਣਾ ਕੇ ਤੇ ਸੰਗਤਾਂ ਦੀ ਜਿਹੜੀ ਸੇਵਾ ਦੇ ਵਿੱਚ ਅਰਪਿਤ ਨੇ। ਸੋ ਉਮੀਦ ਆ, ਗੁਰੂ ਮਹਾਰਾਜ ਅੱਗੇ ਅਰਦਾਸ ਆ, ਬੇਨਤੀ ਆ ਕਿ ਇਹ ਗੌਰਮੈਂਟ ਜਿਹੜੀ ਸਾਡੀ ਭਾਰਤ ਸਰਕਾਰ ਹੈ ਤੇ ਉਹ ਇਸ ਸਾਰੀ ਚੀਜ਼ ਤੇ ਵਿਚਾਰ ਕਰੇਗੀ ਕਿ ਵੀ ਸਾਡਾ ਇਹ ਕਿਸਾਨ ਵੀ ਸਾਡਾ ਆਪਣਾ ਹੀ, ਇਸ ਦੇਸ਼ ਦਾ ਹੀ ਕਿਸਾਨ ਆ ਨਾ। ਤੇ ਇਹ ਜਿਹੜੇ ਕਿਸਾਨ ਨੇ ਇਹਨਾਂ ਦੀ ਅਸੀਂ ਜਿਹੜੀ ਉਹਨਾਂ ਦੀ ਮੰਗ ਆ ਉਹਨੂੰ ਅਸੀਂ ਪੂਰਾ ਕਰੀਏ ਨਾ। ਇਹ ਜਿਹੜੇ ਜਿਸ ਤਰ੍ਹਾਂ ਦੇ ਵੀ ਉਹਨਾਂ ਨੇ ਕਾਨੂੰਨ ਲਿਆਂਦੇ ਨੇ, ਜੇ ਉਹ ਕਿਸਾਨਾਂ ਨੂੰ ਨਹੀਂ ਅਸੈਪਟੇਬਲ ਹੈਗੇ ਤਾਂ ਉਹ ਉਹਨਾਂ ਨੂੰ ਚਾਹੀਦਾ ਕਿ ਅਸੀਂ ਉਹਨਾਂ ਨੂੰ ਰੱਦ ਕਰ ਦਈਏ, ਰਿਪੀਲ ਕਰ ਲਈਏ ਤੇ ਕਿਸਾਨਾਂ ਨਾਲ ਬੈਠ ਕੇ ਇੱਕ ਉਹੋ ਜਿਹਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਇੱਕ ਐਸਾ ਲਾਅ ਨਵਾਂ ਲਿਆਂਦਾ ਜਾਵੇ ਜਿਹਦੇ ਨਾਲ ਪੂਰੇ ਦੇਸ਼ ਦੇ, ਨਾ ਕਿ ਪੰਜਾਬ, ਹਰਿਆਣਾ, ਵੈਸਟਰਨ ਯੂਪੀ, ਪੂਰੇ ਦੇਸ਼ ਦੇ ਕਿਸਾਨ, ਚਾਹੇ ਉਹ ਸਾਊਥ ਦੇ ਹੋਣ, ਚਾਹੇ ਉਹ ਨਾਰਥ ਈਸਟ ਹੋਵੇ, ਚਾਹੇ ਉਹ ਰਾਜਸਥਾਨ ਹੋਵੇ, ਚਾਹੇ ਉਹ ਜੰਮੂ ਕਸ਼ਮੀਰ, ਚਾਹੇ ਉਹ ਸੇਬ ਦੀ ਖੇਤੀ ਕਰਨ ਵਾਲਾ ਹੋਵੇ, ਹਰ ਕਿਸਾਨ ਦਾ ਜਿਹਦੇ ਵਿੱਚ ਭਲਾ ਹੋਵੇ। ਕਿਉਂਕਿ ਇਹ ਖੇਤੀ ਪ੍ਰਧਾਨ ਦੇਸ਼ ਆ। 70% ਪਾਪੂਲੇਸ਼ਨ ਅੱਜ ਵੀ ਇੱਥੇ ਖੇਤੀ ਉੱਤੇ ਡਿਪੈਂਡੈਂਟ ਆ। ਇਹ ਵੀ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ 1740 ਤੋਂ ਪਹਿਲਾਂ ਸਾਰੀ ਦੁਨੀਆ ਵਿੱਚ ਸਿਰਫ 2 ਹੀ ਤਰ੍ਹਾਂ ਦੀ ਜਿਹੜੀ ਪ੍ਰੋਫੈਸ਼ਨ ਹੁੰਦਾ ਸੀ, ਜਾਂ ਤਾਂ ਖੇਤੀ ਕੀਤੀ ਜਾਂਦੀ ਸੀ ਸਾਰੇ ਸੰਸਾਰ ਵਿੱਚ, ਤੇ ਜਾਂ ਐਨੀਮਲ ਹੈਜ਼ਬੈਂਡਰੀ, ਪਸ਼ੂ ਪਾਲਣ, ਭੇਡਾਂ ਪਾਲਣ ਦਾ, ਗਾਈਆਂ ਪਾਲਣ ਦਾ ਕੰਮ ਕੀਤਾ ਜਾਂਦਾ ਸੀ। ਲੇਕਿਨ 1740 ਤੋਂ ਬਾਅਦ ਬਰਮਿੰਘਮ ਯੂਕੇ ਦੇ ਵਿੱਚ ਹੀ ਜਿਹੜਾ ਆ ਇੰਡਸਟਰੀਅਲ ਰੈਵੋਲੂਸ਼ਨ ਸ਼ੁਰੂ ਹੋਇਆ। ਉਸ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਜਦੋਂ ਫਿਰ ਰੇਲ ਇੰਜਨ ਬਣੇ, ਬਲਬ ਬਣ ਗਿਆ, ਇਲੈਕਟ੍ਰਿਸਿਟੀ ਬਣ ਗਈ, ਤੇ ਉਸ ਤੋਂ ਬਾਅਦ ਇੰਡਸਟਰੀਅਲ ਰੈਵੋਲੂਸ਼ਨ ਐਸਾ ਚੱਲਿਆ ਕਿ ਉਹ ਖੇਤੀ ਪ੍ਰਧਾਨ ਬਹੁਤ ਸਾਰੇ ਸੰਸਾਰ 'ਚ ਜਿਹੜਾ ਦੇਸ਼ ਸੀਗੇ ਉਹ ਹੌਲੀ ਹੌਲੀ ਇੰਡਸਟਰੀਅਲ ਰੈਵੋਲੂਸ਼ਨ ਵੱਲ ਚਲੇ ਗਏ। ਤੇ ਉਹਨਾਂ ਮੁਲਕਾਂ ਦੇ ਵਿੱਚ, ਅਮਰੀਕਾ, ਹੋਰ ਇੱਦਾਂ ਦੇ ਕੰਟਰੀਆਂ ਦੇ ਵਿੱਚ ਜਿਹੜੀ ਖੇਤੀ ਆ ਉਹ ਸਿਰਫ 2% ਲੋਕ ਕਰਨਾ ਰਹਿ ਗਏ। ਤੇ ਉਹਨਾਂ ਨੂੰ ਵੀ ਸਰਕਾਰ $300 ਬਿਲੀਅਨ ਸਾਲ ਦੀ ਸਬਸਿਡੀ ਦਿੰਦੀ ਆ, ਜਿਹੜੀ ਸਾਡੇ ਮੁਲਕ ਦੇ ਵਿੱਚ ਅਸੀਂ ਸਬਸਿਡੀ ਨਾ ਮਾਤਰ ਦਿੰਦੇ ਆ ਨਾ, ਤੇ ਅਸੀਂ ਉਹਨਾਂ ਦੀ ਬਣਦੀ ਪ੍ਰਾਈਸ ਵੀ ਨਹੀਂ ਦਿੰਦੇ। ਮੈਂ ਪਿਛਲੇ ਬਹੁਤ ਸਾਲਾਂ ਤੋਂ, ਪਿਛਲੇ 10 ਸਾਲਾਂ ਤੋਂ ਬਿਹਾਰ ਦੇ ਵਿੱਚ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਸੇਵਾ ਦੇ ਵਿੱਚ ਹਾਂ, ਤੇ ਮੈਨੂੰ 10 ਸਾਲਾਂ ਤੋਂ ਬਿਹਾਰ ਵਿੱਚ ਰਹਿਣ ਦਾ ਮੌਕਾ ਮਿਲਿਆ। 2006 ਦੇ ਵਿੱਚ ਨੀਤੀਸ਼ ਗੌਰਮੈਂਟ ਨੇ, ਹਾਲਾਂਕਿ ਅਸੀਂ ਨੀਤੀਸ਼ ਗੌਰਮੈਂਟ ਦੇ ਬਹੁਤ ਹੀ ਰਿਣੀ ਆ, ਉਹਨਾਂ ਨੇ ਸਿੱਖਾਂ ਵਾਸਤੇ ਜਿਸ ਤਰ੍ਹਾਂ ਦਾ 350 ਸਾਲਾ ਮਨਾਇਆ ਉਹ ਇੱਕ ਅਲੱਗ ਚੈਪਟਰ ਆ, ਪਰ 2006 'ਚ ਉਹਨਾਂ ਨੇ ਜਿਹੜਾ APMC ਐਕਟ ਸੀਗਾ ਮੰਡੀਆਂ ਦਾ ਉਹ ਖਤਮ ਕਰਤਾ ਸੀ। ਤੇ ਖਤਮ ਕਰਨ ਤੋਂ ਬਾਅਦ ਉੱਥੇ ਐਸੀ ਚੀਜ਼ ਹੋਈ ਕਿ ਵੀ ਇੱਥੇ ਜਿਹੜੀ ਪ੍ਰਾਈਵੇਟ ਮੰਡੀਆਂ ਦੇ ਨਾਲ ਬਹੁਤ ਜ਼ਿਆਦਾ ਕਿਸਾਨਾਂ ਦੀ ਆਏ ਦੇ ਵਿੱਚ, ਇਨਕਮ ਵਿੱਚ ਵਾਧਾ ਹੋਏਗਾ। ਹੋਇਆ ਉਲਟ ਕਿ ਉੱਥੋਂ ਦਾ ਜਿਹੜਾ ਕਿਸਾਨ ਆ ਉਹ ਇੰਨਾ ਬੁਰੀ ਤਰ੍ਹਾਂ ਦਬ ਗਿਆ ਕਿ ਉਹ ਮਜ਼ਦੂਰੀ ਕਰਨ ਤੇ ਮਜਬੂਰ ਆ। ਤੇ ਮਜਬੂਰੀ ਉਹਨਾਂ ਦੀ ਇੱਥੋਂ ਤੱਕ ਆ ਕਿ ਉਹ ਦੂਜੇ ਸਾਰੇ ਹਿੰਦੁਸਤਾਨ ਦੇ ਸੂਬਿਆਂ 'ਚ ਜਾ ਕੇ ਮਜ਼ਦੂਰੀ ਕਰਦੇ ਨੇ। ਕਿ ਜੇ APMC ਐਕਟ ਖਤਮ ਕੀਤੇ ਤੇ ਜਿਸ ਸਟੇਟ ਵਿੱਚ ਉਹਨਾਂ ਦੀ ਇਹੋ ਹਾਲਤ ਹੈ, ਜੇ ਦੂਸਰੀ ਜਗ੍ਹਾ ਵੀ ਇਹੋ ਚੀਜ਼ ਹੋ ਜਾਏਗੀ ਜਿੱਥੇ ਮੰਡੀ ਸਿਸਟਮ ਬਹੁਤ ਵਧੀਆ ਆ, ਪੰਜਾਬ, ਹਰਿਆਣਾ, ਵੈਸਟਰਨ ਯੂਪੀ 'ਚ, ਤਾਂ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਫਿਰ ਇਹੋ ਹੀ ਕੁਛ ਤੁਸੀਂ APMC ਐਕਟ ਲਾਗੂ ਕਰੋ, MSP ਲਾਗੂ ਕਰੋ। ਉੱਥੇ ਦਾ ਵੀ ਕਿਸਾਨ ਜਿੱਦਾਂ ਪੰਜਾਬ ਦਾ, ਹਰਿਆਣੇ ਦਾ, ਵੈਸਟਰਨ ਯੂਪੀ ਦੇ ਕਿਸਾਨ ਨੂੰ ਪੂਰੀ ਪ੍ਰਾਈਸ ਮਿਲਦੀ ਆ, ਉਹਨਾਂ ਦਾ ਆਪਣਾ ਜਿਹੜਾ ਰਹਿਣ ਸਹਿਣ ਆ ਉਹ ਚੰਗਾ ਹੈ, ਤੇ ਉਹ ਜਿਹੜੇ ਦੂਸਰੇ ਸਟੇਟਾਂ ਦੇ ਵਿੱਚ ਹੈ ਉਹਨਾਂ ਨੂੰ ਵੀ ਇਸ ਚੀਜ਼ ਦਾ ਜਿਹੜਾ ਮੁਨਾਫਾ ਉਹ ਹੋ ਜਾਏਗਾ। ਸੋ ਇਸ ਕਰਕੇ ਗੌਰਮੈਂਟ ਨੂੰ ਚਾਹੀਦਾ ਹੈ ਕਿ ਉਹ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਦੇਖਦੇ ਹੋਏ ਇਹ ਜਿਹੜਾ ਉਹਨਾਂ ਨੇ ਤਿੰਨੋਂ ਹੀ ਜਿਹੜੇ ਲਾਅ ਇਹੋ ਬਣਾਏ ਨੇ ਨਾ, ਉਹ ਤਿੰਨੋਂ ਲਾਅ ਨੂੰ ਰਿਪੀਲ ਕਰਕੇ ਉਹਦੀ ਜਗ੍ਹਾ ਤੇ ਕਿਸਾਨਾਂ ਨਾਲ, ਇਕੋਨੋਮਿਸਟਾਂ ਦੇ ਨਾਲ, ਜੋ ਐਗਰੀਕਲਚਰ ਇਕੋਨੋਮਿਸਟ ਨੇ ਉਹਨਾਂ ਦੇ ਨਾਲ, ਤੇ ਸਵਾਮੀਨਾਥਨ ਦੀ ਰਿਪੋਰਟ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਕੰਸੈਂਸਸ ਤਿਆਰ ਕਰਨੀ ਚਾਹੀਦੀ ਆ, ਤੇ ਉਹਦੇ ਤੇ ਫਿਰ ਕੰਮ ਕਰਕੇ ਇੱਕ ਨਵਾਂ ਲਾਅ ਜਿਹੜਾ ਆ ਉਹ ਲੈ ਕੇ ਆਉਣਾ ਚਾਹੀਦਾ, ਤਾਂ ਕਿ ਸਾਰੇ ਦੇਸ਼ ਦੇ ਕਿਸਾਨ ਖੁਸ਼ਹਾਲ ਹੋਣ। ਸਾਡੀ ਆਪਣੀ ਸਰਕਾਰ ਆ, ਇਹ ਕੋਈ ਬੇਗਾਨੀ ਸਰਕਾਰ ਤਾਂ ਹੈ ਨਹੀਂ, ਇਹ ਸਰਕਾਰ ਅਸੀਂ ਚੁਣ ਕੇ ਭੇਜੀ ਆ, ਸਾਡੀ ਆਪਣੀ ਸਰਕਾਰ ਆ। ਸੋ ਸਾਡੀ ਆਪਣੀ ਸਰਕਾਰ ਨੂੰ ਚਾਹੀਦਾ ਉਹ ਆਪਣੇ ਕਿਸਾਨਾਂ ਦਾ ਖੁਦ ਧਿਆਨ ਰੱਖੇ। ਸੋ ਸਾਡੀ ਤਾਂ ਖਾਸ ਤੌਰ 'ਤੇ ਇਹ
ਕਿਲ੍ਹਾ ਆਨੰਦਗੜ੍ਹ ਦੀ ਸੰਸਥਾ ਅਸੀਂ ਰਿਣੀ ਆ ਕਿ ਇਹਨਾਂ ਨੇ ਐਡੀ ਵੱਡੀ ਘਾਲਣਾ ਘਾਲ ਕੇ 2.5 ਮਹੀਨਿਆਂ ਤੋਂ ਸਾਰੇ ਆਪਣੇ ਕਾਰਜ ਬਾਕੀ ਦੇ ਜਿਹੜੇ ਆ ਉਹਨਾਂ ਨੂੰ ਛੱਡ ਕੇ ਤੇ ਇੱਥੇ ਬੈਠ ਕੇ ਕਿਸਾਨਾਂ ਦੀ ਤੇ ਸੰਗਤ ਦੀ ਸੇਵਾ 'ਚ ਲੱਗੇ ਹੋਏ ਨੇ। ਤੇ ਇਹਦੇ ਨਾਲ ਹੀ ਸਰਕਾਰ ਨੂੰ ਅਖੀਰ 'ਚ ਅਸੀਂ ਫਿਰ ਬੇਨਤੀ ਕਰਦੇ ਹਾਂ, ਜਿਸ ਤਰ੍ਹਾਂ ਸਾਰਾ ਸੰਸਾਰ ਹੀ ਇਸ ਚੀਜ਼ ਦੀ ਰਿਕੁਐਸਟ ਕਰਦਾ ਪਿਆ, ਪ੍ਰੋਟੈਸਟ ਸਾਰੀ ਦੁਨੀਆ ਦੇ ਵਿੱਚ ਹੁੰਦੇ ਪਏ ਨੇ। ਪ੍ਰੋਟੈਸਟ ਦਾ ਹਰ ਕਿਸੇ ਨੂੰ ਅਧਿਕਾਰ ਆ। ਸਾਡਾ ਜਿਹੜਾ ਸੰਵਿਧਾਨ ਆ ਉਹਦੇ ਵਿੱਚ ਵੀ ਪ੍ਰੋਟੈਸਟ ਦਾ ਜਿਹੜਾ ਉਹ ਅਧਿਕਾਰ ਦਿੱਤਾ ਜਾਂਦਾ, ਪਰ ਪੀਸਫੁਲੀ। ਸਾਨੂੰ ਵੀ ਚਾਹੀਦਾ, ਸਾਨੂੰ ਸਾਰੇ ਸਿੱਖਾਂ ਨੂੰ ਵੀ ਤੇ ਅਦਰ ਕਮਿਊਨਿਟੀਜ਼ ਨੂੰ ਵੀ, ਕਿ ਅਸੀਂ ਪੀਸਫੁਲੀ ਪ੍ਰੋਟੈਸਟ ਕਰੀਏ, ਚਾਹੇ ਉਹ ਇੰਗਲੈਂਡ 'ਚ ਹੋਣ, ਚਾਹੇ ਅਮਰੀਕਾ ਹੋਣ, ਚਾਹੇ ਕੈਨੇਡਾ ਹੋਣ, ਆਸਟ੍ਰੇਲੀਆ ਹੋਣ, ਚਾਹੇ ਇੰਡੀਆ 'ਚ ਹੋਣ। ਪੀਸਫੁਲੀ ਜਿਹੜਾ ਆ ਉਹ ਅਸੀਂ ਵਿਰੋਧ ਕਰੀਏ, ਕਿਸੇ ਨੂੰ ਵੀ ਗਲਤ ਸ਼ਬਦ ਅਪਸ਼ਬਦ ਨਾ ਬੋਲੀਏ ਤੇ ਪਿਆਰ ਨਾਲ ਆਪਣਾ ਵਾਹਿਗੁਰੂ ਵਾਹਿਗੁਰੂ ਕਰਦੇ ਜਿਹੜਾ ਆ ਉਹ ਪ੍ਰੋਟੈਸਟ ਕਰੀਏ। ਤੇ ਸਰਕਾਰ ਸਿੱਖਾਂ ਦੀ ਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਗੱਲ ਸੁਣ ਕੇ ਤੇ ਇਹਦਾ ਇੱਕ ਚੰਗਾ ਹੱਲ ਜਿਹੜਾ ਆ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਵੇ। ਇਹੀ ਸਾਡੀ ਜਿਹੜੀ ਆ ਬੇਨਤੀ ਸਾਰੇ ਸੰਸਾਰ ਦੇ ਵਿੱਚ ਸਭ ਨੂੰ ਹੈ ਕਿ ਦੋਨੋਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ, ਪੀਸਫੁਲੀ ਪ੍ਰੋਟੈਸਟ ਦਾ ਵੀ, ਤੇ ਸਰਕਾਰ ਨੂੰ ਚਾਹੀਦਾ ਕਿ ਉਹ ਇੱਕ ਲਾਅ ਵਾਪਸ ਲੈ ਕੇ ਇੱਕ ਕਿਸਾਨਾਂ ਦੇ ਹੱਕ ਦਾ ਨਵਾਂ ਲਾਅ ਜਿਹੜਾ ਉਹ ਲੈ ਕੇ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜੋਗਾ ਸਿੰਘ ਕਾਰ ਸੇਵਾ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਦੇ ਅੱਜ ਅਸੀਂ ਇੱਥੋਂ ਸ਼ੁਰੂ ਕਰਨ ਲੱਗੇ ਹਾਂ। ਸੰਗ ਟੀਵੀ ਸਾਡੇ ਨਾਲ, ਇਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ। ਅੱਜ ਇਹ ਵਿਚਾਰ ਕਰ ਰਹੇ ਹਾਂ ਭਈ ਅੱਗੇ ਗਰਮੀ ਆ ਰਹੀ ਹੈ ਤੇ ਸਾਨੂੰ ਗਰਮੀ 'ਚ ਵੀ ਉਹ ਇੰਤਜ਼ਾਮ ਕਰਨਾ ਚਾਹੀਦਾ ਜਿਹਦੇ ਨਾਲ ਸਾਨੂੰ ਕੋਈ ਗਰਮੀ 'ਚ ਵੀ ਕਿਸੇ ਨੂੰ ਮੁਸ਼ਕਲ ਨਾ ਆਵੇ। ਮੈਂ ਸਾਰੇ ਵੀਰਾਂ ਨੂੰ ਆਨਾ ਵੀ ਹੁਣ ਆਪਾਂ ਉਹ ਵੀ ਸੰਗ ਟੀਵੀ ਦੇ ਨਾਲ ਰਲ ਮਿਲ ਕੇ ਇੰਗਲੈਂਡ ਵਾਲਿਆਂ ਦੂਜਿਆਂ ਨਾਲ ਅਸੀਂ ਇਹ ਵੀ ਪ੍ਰੋਗਰਾਮ ਕਰਾਂਗੇ। ਤੇ ਕਿਉਂ ਗਰਮੀ ਜਿਹੜੀ ਹੈ ਸਿਆਲ ਨਾਲੋਂ ਵੀ ਜ਼ਬਰਦਸਤ ਹੈ। ਮੱਛਰ ਦੀ ਮਾਰ, ਦਿਨੇ ਮੱਖੀ ਦੀ ਮਾਰ, ਤੇ ਖਾਣੇ ਦੇ ਵਿੱਚ ਵੀ ਗਰਮੀ ਛੇਤੀ ਖਰਾਬ ਹੋ ਜਾਂਦੀ ਹੈ ਚੀਜ਼, ਤੇ ਰਾਤ ਨੂੰ ਰਹਿਣਾ ਹਵਾ ਤੋਂ ਬਗੈਰ ਬੜਾ ਮੁਸ਼ਕਲ ਹੋ ਜਾਂਦਾ ਹੈ। ਇਸ ਕਰਕੇ ਮੈਂ ਹੁਣ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਆਪਾਂ ਥੋੜ੍ਹਾ ਜਿਹਾ ਗਰਮੀ ਦਾ ਧਿਆਨ ਦੇ ਕੇ ਉਹ ਚੀਜ਼ ਦੀ ਪ੍ਰਬੰਧ ਕਰੀਏ ਜਿਹਦੀ ਅਗਾਂਹ ਗਰਮੀ ਆਉਣ ਵਾਲੀ ਉਹਦਾ ਆਪਾਂ ਰੋਕ ਸਕੀਏ। ਤੇ ਗੁਰੂ ਕੇ ਪਿਆਰਿਓ, ਸਾਡੀ ਤੇ ਡਿਊਟੀ ਗੁਰੂ ਕੇ ਲੰਗਰਾਂ ਦੀ ਹੈ। ਜਿੱਥੇ ਵੀ ਜਿਹੜੀ ਵੀ ਜਾਤ ਕੋਈ ਵੀ ਮੁਸ਼ਕਲ ਆਵੇ, ਪਿੱਛੇ ਇੱਧਰ ਬਰਫ਼ ਡਿੱਗੀ ਸੀ ਉਦੋਂ ਵੀ ਅਸੀਂ ਵਿਚਾਰ ਕੀਤਾ, ਫਿਰ ਉਹ ਛੇਤੀ ਮਹਾਰਾਜ ਨੇ ਕਿਰਪਾ ਕਰਤੀ, ਉਹਨਾਂ ਜੀਆਂ ਨੂੰ ਆਪਣੇ ਘਰਾਂ 'ਚ ਪਹੁੰਚ ਗਏ, ਅਸੀਂ ਉੱਥੇ ਨਹੀਂ ਜਾ ਸਕੇ। ਸਾਡਾ ਇਹ ਵਿਚਾਰ ਹੁੰਦਾ, ਸਾਡਾ ਕੋਈ ਇਹ ਨਹੀਂ ਹੁੰਦਾ ਵੀ ਇਹ ਸਿੱਖ ਆ, ਇਹ ਹਿੰਦੂ ਆ, ਦੂਜਾ ਆ। ਸਾਡਾ ਜਿੰਨਾ ਵੀ ਪਰਿਵਾਰ ਬਾਬਾ ਸੇਵਾ ਸੌਂਦੀ ਸੰਪਰਦਾਵਾਂ ਤੋਂ ਵਿੱਚੋਂ ਵੇਖੋ ਆ ਲੰਗਰ ਉਹਨਾਂ ਦਾ ਚੱਲ ਰਿਹਾ, ਇਹਨਾਂ ਦਾ ਹੀ ਉਹ ਵੀ ਭਾਵੇਂ ਕੋਈ ਆ ਕੇ ਬਵੇ ਅਸੀਂ ਛਕਾਣਾ। ਇਸ ਕਰਕੇ ਭਾਈ ਗੁਰੂ ਕੇ ਪਿਆਰਿਓ, ਸਾਨੂੰ ਕੋਈ ਤੁਸੀਂ ਦੂਜੀ ਨਜ਼ਰੇ ਨਾਲ ਨਾ ਵੇਖੋ, ਅਸੀਂ ਤੇ ਸੇਵਾਦਾਰ ਆ, ਭਾਈ ਕਨ੍ਹਈਏ ਦੀ ਲਾਦ ਆ। ਸੋ ਗੁਰੂ ਕੇ ਪਿਆਰਿਓ, ਇਹ ਆਪਾਂ ਰਲ ਮਿਲ ਕੇ ਸਾਰਾ ਗਰਮੀ ਦਾ ਵਿਚਾਰ ਕਰੀਏ ਤਾਂ ਕਿ ਸੰਗਤਾਂ ਨੂੰ ਮੁਸ਼ਕਲ ਨਾ ਆਵੇ। ਇੰਨੀਆਂ ਬੇਨਤੀਆਂ ਕਰਦਾ ਦਾਸ ਜੋਗਾ ਸਿੰਘ ਤਰਨਤਾਰਨ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਹੋ ਬੇਨਤੀ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਤਕਰੀਬਨ 10 ਦਿਨ ਬਾਅਦ ਦੁਬਾਰਾ ਫਿਰ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸਿੰਘੂ ਬਾਰਡਰ ਤੇ ਪਹੁੰਚੇ ਹਾਂ। ਪਹਿਲਾਂ ਅਸੀਂ ਹਫ਼ਤਾ ਤੱਕ ਪੰਜਾਬ ਦੇ ਵਿੱਚ ਹੀ ਜਿਹੜੇ ਕਿਸਾਨ ਇਸ ਸੰਘਰਸ਼ ਵਿੱਚ ਆਪਣੀਆਂ ਜਾਨਾਂ ਦੇ ਗਏ, ਉਹਨਾਂ ਦੇ ਪਰਿਵਾਰਾਂ ਦੇ ਨਾਲ ਜਾ ਕੇ ਉਹਨਾਂ ਦਾ ਦੁੱਖ ਸੁੱਖ ਸਾਂਝਾ ਕੀਤਾ ਸੀ। ਸੋ ਅੱਜ ਅਸੀਂ ਸਿੰਘੂ ਬਾਰਡਰ ਤੇ ਆਉਂਦਿਆਂ ਹੀ ਪਹਿਲਾਂ ਸਾਡਾ ਪੜਾਅ ਹੁੰਦਾ ਹੈ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਬਾ ਲਾਭ ਸਿੰਘ ਜੀ ਸੰਸਥਾ ਵੱਲੋਂ ਜੋ ਲੰਗਰ ਚੱਲ ਰਹੇ ਨੇ, ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਵੀ, ਤੁਹਾਡਾ ਵੀ ਸਹਿਯੋਗ ਜਿਹੜਾ ਉਹ ਵੀ ਇੱਥੇ ਹੀ ਲੰਗਰ ਵਿੱਚ ਆਇਆ ਸੀ। ਤੇ ਮੈਂ ਇੱਥੇ ਬਾਬਾ ਜੀ ਨਾਲ ਤੇ ਕੋਲੋਂ ਤੁਹਾਨੂੰ ਜਿਹੜੀ ਬਾਹਰ ਗੋਦੀ ਮੀਡੀਆ ਦੀਆਂ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਜੀ, ਦੇਖੋ ਇੱਥੇ ਜੀ ਕਿਸਾਨ ਚਲੇ ਗਏ ਨੇ ਜੀ, ਇਸ ਤਰ੍ਹਾਂ ਹੋ ਗਿਆ, ਉਹ ਹੋ ਗਿਆ, ਮਤਲਬ ਇਸ ਸੰਘਰਸ਼ ਨੂੰ ਢਾਹ ਲਾਉਣ ਵਾਲੀਆਂ ਜਿਹੜਾ ਮੀਡੀਆ ਗਲਤ ਅਫਵਾਹਾਂ ਫੈਲਾ ਰਿਹਾ। ਜੋ ਤੁਸੀਂ ਅਸਲੀਅਤ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਸੰਗਤ ਆਉਂਦੀ ਆ, ਮੇਨ ਲੰਗਰ ਇੱਥੇ ਆਉਂਦਿਆਂ ਨੂੰ ਜਿਹੜਾ ਪਹਿਲਾਂ ਮਿਲਦਾ ਉਹ ਬਾਬਾ ਜੀ ਦੇ ਅਨੰਦਪੁਰ ਸਾਹਿਬ ਵਾਲੇ ਬਾਬਾ ਜੀ ਸਤਨਾਮ ਸਿੰਘ ਜੀ ਸਾਡੇ ਕੋਲ ਬੈਠੇ ਨੇ। ਸੋ ਉਹਨਾਂ ਦੇ ਕੋਲੋਂ ਸਾਰੀ ਗੱਲ ਸੁਣੋ ਜੀ। ਬਾਬਾ ਜੀ ਤੁਸੀਂ ਸਾਰੀ ਜਾਣਕਾਰੀ ਦਿਓ ਜੀ, ਭਈ
20 ਜਨਵਰੀ ਤੋਂ ਪਹਿਲਾਂ ਸੰਘਰਸ਼ ਤਕਰੀਬਨ 2 ਮਹੀਨੇ ਹੋ ਚੱਲੇ ਸੀ। ਸੋ 26 ਨੂੰ ਸੰਗਤ ਜ਼ਿਆਦਾ ਜਿਹੜੀ ਸੀ ਉਹ ਤਾਂ 26 ਵਾਸਤੇ ਆਈ ਸੀ, ਪਰ ਉਹ ਪਹਿਲਾਂ 20 ਜਨਵਰੀ ਤੋਂ ਤਾਂ ਹੁਣ ਨੂੰ ਤੁਸੀਂ ਕੰਪੇਅਰ ਕਰਕੇ ਬਾਬਾ ਜੀ ਸੰਗਤਾਂ ਨਾਲ ਜ਼ਰੂਰ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦੇ ਚੈਨਲ ਰਾਹੀਂ ਜੋ ਵੀ ਅੱਗੇ ਪਹਿਲਾਂ ਰਿਪੋਰਟਾਂ ਜਾਂਦੀਆਂ ਰਹੀਆਂ ਤੇ ਹੁਣ ਜੋ ਇਸ ਟਾਈਮ ਦੀ ਸਥਿਤੀ ਆ, ਜਿਵੇਂ ਭਾਈ ਸਾਹਿਬ ਉਹਨਾਂ ਨੇ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਕਿੱਦਾਂ ਦੀ ਸਥਿਤੀ ਸੀ। 26 ਜਨਵਰੀ ਤੋਂ ਸਥਿਤੀ ਇਹ ਸੀ ਕਿ ਜਦੋਂ 26 ਜਨਵਰੀ ਦਾ ਦਿਨ ਆਇਆ, ਇਸ ਤੋਂ ਪਹਿਲਾਂ 11 ਮੀਟਿੰਗਾਂ ਕੀਤੀਆਂ ਗਈਆਂ ਸਰਕਾਰ ਵੱਲੋਂ, ਤੇ ਹਰ ਇੱਕ ਇਨਸਾਨ ਨੂੰ, ਕਿਸਾਨ ਯੂਨੀਅਨ ਵਾਲਿਆਂ ਨੂੰ, ਸਾਰਿਆਂ ਨੂੰ ਇਹ ਆਸ ਸੀ ਕਿ 26 ਜਨਵਰੀ ਦੇ ਪਹਿਲਾਂ ਕੋਈ ਨਾ ਕੋਈ ਮਸਲਾ ਹੱਲ ਕੀਤਾ ਜਾਵੇਗਾ। ਇਸ ਕਰਕੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਤੇ ਭਾਵਨਾ, ਚਾਅ ਸੀ ਵੀ ਅਸੀਂ 26 ਜਨਵਰੀ ਤੋਂ ਪਹਿਲਾਂ ਇੱਕ ਵਾਰ ਹਾਜ਼ਰੀ ਲਵਾਈਏ ਕਿ ਅਸੀਂ ਪਿੱਛੇ ਨਾ ਰਹਿ ਜਾਈਏ। ਉਸ ਟਾਈਮ ਨੂੰ ਮੁੱਖ ਰੱਖਦਿਆਂ 26 ਜਨਵਰੀ ਨੂੰ ਲੱਖਾਂ ਦੇ ਵਿੱਚ ਟਰੈਕਟਰ ਇੱਥੇ ਆਏ, ਪਰ ਉਹ ਜਿਹੜਾ ਸਾਡੇ ਪ੍ਰਬੰਧਕਾਂ ਦੀ ਥੋੜ੍ਹੀ ਜਿਹੀ ਮੈਨੇਜਮੈਂਟ ਦੀ ਘਾਟ ਸੀ ਕਿ ਉਹ ਆਪਣੇ ਵਿਚਾਰਾਂ ਦੇ ਨਾਲ ਉਹਨਾਂ ਸੰਗਤਾਂ ਨੂੰ ਸਮਝਾ ਨਹੀਂ ਸਕੇ, ਕਿਉਂਕਿ 22, 23, 24, 25, 26 ਇਹ 5 ਦਿਨ ਇੰਨਾ ਸਾਰਾ ਪੰਜਾਬ ਹੀ ਜਿਵੇਂ ਕਿ ਹੋਲੇ ਮਹੱਲੇ ਅਨੰਦਪੁਰ ਸਾਹਿਬ ਨੂੰ ਟਰੈਕਟਰ ਟਰਾਲੀਆਂ ਲੈ ਕੇ ਤੁਰਦਾ ਇੱਥੇ ਆਣ ਪਹੁੰਚਿਆ ਸੀ, ਪਰ ਵਾਪਸ ਜਾਣਾ ਸੀ ਸੰਗਤਾਂ ਨੇ 26 ਤੋਂ ਬਾਅਦ, ਤੇ ਇਹ ਇੱਥੇ ਵਿਚਾਰ ਨਾ ਕਰ ਸਕੇ ਵੀ ਕਿਹੜੀਆਂ ਟਰਾਲੀਆਂ ਜਿਹੜੀਆਂ ਵਾਪਸ ਜਾਣਗੀਆਂ ਤੇ ਕਿਹੜੇ ਪਰਿਵਾਰ ਜਿਹੜੇ ਇੱਥੇ ਰਹਿਣਗੇ, ਕਿਉਂਕਿ ਜਿਹੜਾ ਸੰਘਰਸ਼ ਸੀਗਾ ਉਹ ਲੰਬਾ ਲੜਨ ਵਾਲੀ ਗੱਲ ਸੀਗੀ, ਲੜਿਆ ਜਾ ਰਿਹਾ ਤੇ ਲੜਨਾ ਵਾ। ਉਸ ਟਾਈਮ ਜਿਹੜੇ ਪਰਿਵਾਰਾਂ ਟਰਾਲੀਆਂ ਰਹਿਣੀਆਂ ਸੀ ਉਹ ਤੇ ਮੌਜੂਦ ਹੈ ਹੀ ਐ ਸੀ, ਪਰ ਜਦੋਂ ਵਾਪਸ ਜਾਣ ਲੱਗੇ, ਜਿਹੜਾ 5 ਦਿਨ ਲਗਾਤਾਰ ਟਰੈਕਟਰ ਟਰਾਲੀਆਂ ਆਈਆਂ, ਉਹਦਾ ਪ੍ਰਭਾਵ ਲੋਕਾਂ 'ਤੇ ਇਹ ਪਿਆ ਕਿ ਜਿਹੜਾ ਵਾ ਸੰਘਰਸ਼ ਖਿੰਡਰ ਗਿਆ। ਪਰ ਨਹੀਂ, ਤੁਸੀਂ ਅੱਜ ਦੀ ਸਥਿਤੀ ਵੇਖੋ, ਇਸ ਟਾਈਮ ਸੰਘਰਸ਼ ਜਿਹੜਾ ਵਾ ਜੋ ਕਿ 20, 22 ਤਰੀਕ ਜਨਵਰੀ ਨੂੰ ਸੀ, ਉਹ ਤੋਂ ਵੱਧ ਸਟਰੋਂਗ ਬੈਠਾ ਹੈ ਇੱਥੇ। ਹਰ ਕਿਸਾਨ, ਮਜ਼ਦੂਰ, ਇੰਡਸਟਰੀ ਏਰੀਆ ਵਾਲੇ, ਜਿਹੜਾ ਵੀ ਇਨਸਾਨ ਆ ਜਿਹਦੀ ਜ਼ਮੀਰ ਜਾਗ ਚੁੱਕੀ ਆ, ਉਹ ਬਿਲਕੁਲ ਇਸ ਟਾਈਮ ਇਸ ਸੰਘਰਸ਼ ਨਾਲ ਮੋਢਾ ਜੋੜ ਕੇ ਖੜਾ, ਕਿਉਂਕਿ ਜੋ ਅਸੀਂ ਇੱਥੇ ਰੋਜ਼ ਰੋਜ਼ਾਨਾ ਸਥਿਤੀ ਵੇਖ ਰਹੇ ਹਾਂ, ਉਹਨਾਂ ਦੇ ਵਿੱਚ ਬੜਾ ਪਿਆਰ ਤੇ ਚਾਅ, ਸ਼ਰਧਾ ਕਿ ਸਾਨੂੰ ਭਾਵੇਂ 6 ਮਹੀਨੇ ਹੋਰ ਲੱਗ ਜਾਣ, ਇਹ ਸੰਘਰਸ਼ ਜਿਹੜਾ ਅਸੀਂ ਜਿੱਤ ਕੇ ਜਾਣਾ। ਇਸ ਕਰਕੇ ਜਿਹੜੀ ਆ ਸਰਕਾਰੀ ਮੀਡੀਆ ਉੱਤੇ ਕੋਈ ਤੁਸੀਂ ਵਿਸ਼ਵਾਸ ਨਾ ਕਰੋ। ਜੋ ਛੋਟੇ ਚੈਨਲ ਚੱਲ ਰਹੇ ਨੇ, ਇਹਨਾਂ ਦੀ ਰਿਪੋਰਟ ਜਿਹੜੀ ਆ ਬਿਲਕੁਲ ਸਹੀ ਤੇ ਦਰੁਸਤ ਵਾ, ਕਿਉਂਕਿ ਇਹ ਲੋਕਾਂ ਦੇ ਵਿੱਚ ਜਾ ਕੇ ਵਿਚਰ ਕੇ ਆਪ ਜੀ ਨੂੰ ਸਾਰਾ ਕੁਝ ਦੱਸ ਰਹੇ ਨੇ। ਜੋ ਸਰਕਾਰ ਤੇ ਚਾਹੁੰਦੀ ਸੀਗੀ ਵੀ ਇਹ ਲੋਕਾਂ ਦੇ ਵਿੱਚ ਇੱਕ ਇਹੋ ਜਿਹਾ ਭਰਮ ਭੁਲੇਖਾ ਪਾ ਦਿੱਤਾ ਜਾਵੇ ਕਿ ਸੰਘਰਸ਼ ਖਤਮ ਹੋ ਗਿਆ, ਪਰ ਨਹੀਂ। ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਸਿੱਖ ਕੌਮ ਹੈ, ਅਰਦਾਸ ਬੇਨਤੀ ਕਰਕੇ ਚੱਲੀ ਆ, ਕਿਉਂਕਿ ਸਾਡੇ ਬਾਬੇ ਨਾਨਕ ਦਾ ਜੋ ਮਿਸ਼ਨ ਹੈ, ਜੇ ਕੋਈ ਖੁਸ਼ੀ ਆ, ਗਮੀ ਆ, ਅਸੀਂ ਅਰਦਾਸ ਬੇਨਤੀ ਉਹ ਪਰਮੇਸ਼ਰ ਅਕਾਲ ਪੁਰਖ ਕਰਦੇ ਹਾਂ, ਤੇ ਗੁਰੂ ਨਾਨਕ ਪਾਤਸ਼ਾਹ ਉਹ 'ਚ ਕਾਮਯਾਬੀ ਬਖਸ਼ਦੇ ਆ ਤੇ ਬਖਸ਼ਦੇ ਆਏ ਆ। ਤੇ ਇਹ ਵੀ ਜਿਹੜਾ ਸੰਘਰਸ਼ ਚੱਲ ਰਿਹਾ, ਗੁਰੂ ਨਾਨਕ ਪਾਤਸ਼ਾਹ ਰਹਿਮਤ ਕਰਨਗੇ, ਇਹ ਸੰਘਰਸ਼ ਜਿਹੜਾ ਇਹ ਜਿੱਤਿਆ ਜਾਵੇਗਾ। ਕੋਈ ਘਬਰਾਉਣ ਵਾਲੀ ਗੱਲ ਨਹੀਂ। ਤੁਹਾਡਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਬਹੁਤ ਵੱਡਾ ਉਪਰਾਲਾ ਤੇ ਸੰਯੋਗ ਆ, ਕਿਉਂ ਗੁਰੂ ਨਾਨਕ ਪਾਤਸ਼ਾਹ ਦਾ ਇਹੀ ਉਪਦੇਸ਼ ਹੈ ਵੀ ਹੋ 71 ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ। ਲਾਈ ਬੈਠ ਕੇ ਸਭ ਆਪਾਂ ਨੂੰ ਵਿਚਾਰ ਕਰਨੇ ਚਾਹੀਦੀ ਆ ਕਿ ਜਿਹੜਾ ਸੰਘਰਸ਼ ਲੰਬਾ ਹੋ ਗਿਆ, ਹੁਣ ਇਹਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਆ। ਜਿਵੇਂ ਕਿ ਸਾਡੇ ਨਾਲ ਬਾਬਾ ਜੀ, ਬਾਬਾ ਜੋਗਾ ਸਿੰਘ ਬੈਠੇ ਆ, ਇਹਨਾਂ ਨੇ ਆਪ ਜੀ ਨੂੰ ਦੱਸਿਆ ਕਿ ਜਿਹੜਾ ਆਉਣ ਵਾਲਾ ਸਮਾਂ, ਗਰਮੀ ਬਹੁਤ ਆ ਚੁੱਕੀ ਆ, ਇਹਨੂੰ ਅਸੀਂ ਮੁੱਖ ਰੱਖਦੇ ਹਾਂ ਹੁਣ ਨਵੀਂ ਰਣਨੀਤੀ ਤਿਆਰ ਕਰ ਰਹੇ ਹਾਂ ਕਿ ਜਿਹੜੇ ਇੱਥੇ ਸਾਡੇ ਵੀਰ ਕਿਸਾਨ ਮਜ਼ਦੂਰ ਰਹਿ ਰਹੇ ਆ, ਉਹਨਾਂ ਦੀ ਰਿਹਾਇਸ਼ ਦੇ ਪ੍ਰਬੰਧ ਕੀਤੇ ਜਾ ਰਹੇ। ਅਸੀਂ ਹੁਣੇ ਵਿਚਾਰ ਕਰ ਰਹੇ ਸੀ ਕਿ ਜਿਹੜੀ ਗਰਮੀ ਆ, ਇਹਨੂੰ ਕਿਵੇਂ ਆਪਾਂ ਉਸ ਸਮੇਂ ਨੂੰ ਬਤੀਤ ਕਰਾਉਣਾ, ਕਿਉਂਕਿ ਠੰਡ ਜਿਹੜੀ ਸੀ ਉਹਦੇ ਵਿੱਚ ਸਾਨੂੰ ਬਿਸਤਰਿਆਂ ਦੀ ਲੋੜ ਸੀ, ਹੁਣ ਇਸ ਟਾਈਮ ਪੱਖਿਆਂ ਦੀ ਲੋੜ ਆ। ਜਿਹੜੇ ਟੈਂਟ ਵਾ ਉਹ ਸਾਨੂੰ ਹਵਾਦਾਰ ਲੱਗਣੇ ਚਾਹੀਦੇ ਆ। ਉਹਦੀ ਹੁਣ ਰਣਨੀਤੀ ਜਿਹੜੀ ਆ ਬਾਬਾ ਜੀ ਹੋਣੀ, ਭਾਈ ਰਣਧੀਰ ਸਿੰਘ ਜੀ ਸਾਡੇ ਨਾਲ ਹੀ ਇਹ ਵੀ ਤਿਆਰ ਕਰ ਰਹੇ ਨੇ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਗੁਰੂ ਕਿਰਪਾ ਕਰਨਗੇ। ਤੇ ਹੁਣ ਤੇ ਬੜਾ ਸੁਖਾਲਾ ਤੇ ਸੌਖਾ ਜਿਹੜਾ ਸਾਡਾ ਪਿਛਲਾ ਇਤਿਹਾਸ ਉਹ ਦੁਹਰਾਇਆ ਜਾ ਰਿਹਾ ਕਿ ਪਹਿਲਾਂ ਸਿੱਖ ਜਿਹੜੇ ਸੀ ਘੋੜਿਆਂ ਦੀਆਂ ਕਾਠੀਆਂ 'ਤੇ ਰਹਿ ਕੇ ਗੁਜ਼ਾਰਾ ਕਰਦੇ ਸੀ, ਜੰਗਲਾਂ ਬੇਲਾਂ ਵਿੱਚ ਰਹਿ ਕੇ ਗੁਜ਼ਾਰਾ ਕਰਦੇ ਸੀ ਤੇ ਸੰਘਰਸ਼ ਨੂੰ ਜਿੱਤਦੇ ਸੀ। ਹੁਣ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਦੇ ਕੋਲ ਬੜੇ ਸਾਧਨ ਤੇ ਉਪਰਾਲੇ ਨੇ। ਹੁਣ ਤੇ ਸੰਘਰਸ਼ ਜਿਹੜਾ ਵਾ ਉਹ ਬੜਾ ਸੌਖਾ ਜਿੱਤਣਾ, ਕਿਉਂਕਿ ਸਾਡੇ ਕੋਲ ਰਹਿਣ ਦਾ ਪ੍ਰਬੰਧ ਹੈ, ਖਾਣ ਪੀਣ ਦਾ ਪ੍ਰਬੰਧ ਆ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ। ਗੁਰੂ ਨਾਨਕ ਦੀ ਜਿਹੜੀ ਸਿੱਖ ਕੌਮ, ਜੋ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ, ਭਾਵੇਂ ਉਹ ਹਿੰਦੂ ਨੇ, ਮੁਸਲਮਾਨ ਆ, ਈਸਾਈ ਆ, ਬੋਧੀ ਆ, ਜੈਨੀ ਆ, ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਦਾ ਉਪਦੇਸ਼ ਆ
ਅਪਣਾ ਰਹੇ ਨੇ, ਉਹ ਸਾਡੇ ਨਾਲ ਸਾਰੇ ਖੜੇ ਨੇ। ਗੁਰੂ ਰਹਿਮਤ ਕਰਨ ਜਿਹੜਾ ਆਉਣ ਵਾਲਾ ਸਮਾਂ ਵਾ ਉਹਨੂੰ ਆਪਾਂ ਬੜੇ ਸੁਚੱਜੇ ਤੇ ਸੋਹਣੇ ਤਰੀਕੇ ਦੇ ਨਾਲ ਬਤੀਤ ਕਰਨਾ, ਕਿਉਂਕਿ ਇਸ ਟਾਈਮ ਸਾਨੂੰ ਸਮੇਂ ਦੇ ਮੁਤਾਬਕ ਜਿਹੜੀ ਉਹ ਰਣਨੀਤੀ ਤਿਆਰ ਕਰਨੀ ਚਾਹੀਦੀ ਆ। ਤੇ ਸੰਘਰਸ਼ ਜਿਹੜਾ ਵਾ ਬੜੀ ਚੜ੍ਹਦੀ ਕਲਾ ਨਾਲ ਜਾ ਰਿਹਾ ਤੇ ਕੋਈ ਇਹੋ ਜਿਹੀ ਗੱਲ ਨਹੀਂ ਗੀ। ਅਰਦਾਸ ਕਰੋ ਕਿ ਗੁਰੂ ਨਾਨਕ ਪਾਤਸ਼ਾਹ ਤੇਰੀ ਕੌਮ ਸੜਕਾਂ ਦੇ ਉੱਤੇ ਬੈਠੀ ਇਹ ਸੰਘਰਸ਼ ਜਿੱਤਣ ਵਾਸਤੇ ਆਪ ਆਪਣੀ ਰਹਿਮਤ ਕਰਕੇ, ਦਇਆ ਕਰਕੇ, ਪਹਿਲਾਂ ਵੀ ਉਹਨਾਂ ਦੀ ਰਹਿਮਤ ਵਰਤ ਰਹੀ ਆ। ਇਹ ਮਤ ਸੋਚਣ ਜਿਹੜੇ ਸਾਡੇ ਕਿਸਾਨ ਯੂਨੀਅਨ ਦੇ ਵੀਰ ਭਰਾ ਨੇ ਕਿ ਸਾਡੀ 40 ਸਾਲ ਦੀ ਕਮਾਈ ਆ ਜੀ, ਅਸੀਂ ਇਸ ਕਰਕੇ ਨਾ ਆਏ ਆ, ਸਾਡੇ ਲੋਕ ਮਗਰ ਆਏ ਆ। ਲੋਕ ਇਸ ਕਰਕੇ ਨਹੀਂ ਆਏ, ਲੋਕ ਇਨਸਾਨੀਅਤ ਦੀ ਉਹਨਾਂ ਦੀ ਜ਼ਮੀਰ ਜਾਗ ਚੁੱਕੀ ਆ ਵੀ ਅੱਜ ਕਿਸਾਨ ਤੇ ਰੋਟੀ ਖਾ ਸਕਦਾ, ਕਿਉਂਕਿ ਉਹਦੇ ਕੋਲ ਆਪਣੇ ਘਰ ਖਾਣ ਜੋਗਾ ਦਾਣੇ ਰੱਖ ਸਕਦਾ, ਸਬਜ਼ੀ ਲਾ ਸਕਦਾ, ਹਰ ਚੀਜ਼ ਬੀਜ ਸਕਦਾ। ਪਰ ਜਿਹੜਾ ਮਜ਼ਦੂਰ ਆ, ਇੰਡਸਟਰੀ, ਜੋ ਬਾਕੀ ਪ੍ਰਾਈਵੇਟ ਲੋਕ ਨੇ, ਉਹਨਾਂ ਦੇ ਵਾਸਤੇ ਜੀਣਾ ਜਿਹੜਾ ਬੜਾ ਮੁਸ਼ਕਲ ਹੋ ਜਾਏਗਾ। ਕਿਉਂਕਿ ਜਿਹੜੇ ਵੱਡੇ ਘਰਾਣੇ ਨੇ ਜਦੋਂ ਇਹ ਸਾਡੇ ਕੋਲ ਸਸਤੀਆਂ ਚੀਜ਼ਾਂ ਖਰੀਦਣਗੇ ਤੇ ਮਹਿੰਗੀਆਂ ਭਾਅ ਵੇਚਣਗੇ, ਉਹਨਾਂ ਵਾਸਤੇ ਮੁਸ਼ਕਲ ਹੋ ਜਾਏਗਾ। ਜਿਹੜਾ ਕਿਸਾਨ ਆ ਜਾਂ ਮਜ਼ਦੂਰ ਆ, ਉਹ ਤੇ ਖੇਤਾਂ ਪਿੰਡਾਂ 'ਚ ਰਹਿਣ ਵਾਲਾ, ਉਹ ਤੇ ਆਪਣੇ ਜੋਗੀ ਸਬਜ਼ੀ ਉਗਾ ਸਕਦਾ, ਉਹ ਆਪਣਾ ਰਾਸ਼ਨ ਜਿਹੜਾ ਕਣਕ ਚੌਲ ਆਪਣੇ ਬਣਾ ਸਕਦਾ। ਪਰ ਜਿਹੜੇ ਦੂਜੇ ਸਾਡੇ ਕੌਮ ਆ, ਸਾਡੇ ਜਿਹੜੇ ਇਨਸਾਨ ਵੀਰ ਨੇ, ਉਹਨਾਂ ਵਾਸਤੇ ਮੁਸ਼ਕਿਲ ਆ। ਉਹਨਾਂ ਨੂੰ ਵੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੀਦਾ, ਕਿਉਂਕਿ ਰੋਟੀ ਦਾ ਮਸਲਾ ਵਾ, ਇਹ ਕਿਸੇ ਕਿਸਾਨ ਕਰੇ ਦਾ ਨਹੀਂ ਗਾ, ਇਨਸਾਨ ਦਾ ਮਸਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਸੰਗਤਾਂ ਸਜੀਆਂ ਹੋਈਆਂ ਨੇ, ਕਿਉਂਕਿ ਪੰਗਤ ਤਾਂ ਸਾਰਾ ਦਿਨ ਚੱਲਦੀ ਹੈ, ਪਰ ਜਿਹੜੀ ਸੰਗਤ ਹੈ ਤੇ ਜਿਹੜਾ ਸਿਮਰਨ ਹੈ ਉਹ ਕਿਸ ਤਰ੍ਹਾਂ ਇੱਥੇ ਚੱਲ ਰਿਹਾ ਹੈ ਨਿਰੰਤਰ, ਲਗਾਤਾਰ। ਤੇ ਇਹ ਵੇਖ ਕੇ ਬੜਾ ਹੀ ਮਨ ਨਿਹਾਲ ਹੁੰਦਾ ਕਿ ਕਿਸ ਤਰ੍ਹਾਂ ਸੇਵਾਦਾਰ ਜੁਟੇ ਹੋਏ ਆ। ਨਿਸ਼ਕਾਮ ਸੇਵਾ ਇੱਥੇ ਚੱਲ ਰਹੀ ਹੈ ਤੇ ਦਿਨ ਰਾਤ ਹੀ ਬਾਬਾ ਜੀ ਜੁਟੇ ਰਹਿੰਦੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੋਦੀ ਸਾਹਿਬ ਪਹਿਲਾਂ ਦੇ ਪੈਸਿਆਂ ਨੂੰ ਲੱਕ ਤੋੜਤਾ, ਦੂਜਾ ਮਹਿੰਗਾਈ ਨੇ ਤੋੜਤਾ, ਤੇ ਤੀਜਾ ਆ ਜਿਹੜੇ ਕਾਨੂੰਨ ਆ ਇਹਨਾਂ ਨੇ ਤੋੜਤਾ, ਤੇ ਚੌਥਾ ਹੁਣ ਜਿਹੜਾ ਡੀਜ਼ਲ ਤੇ ਪੈਟਰੋਲ ਦਾ ਪਾਤਾ ਜੇ ਪੰਗਾ। ਇਹ ਸਾਰਾ ਨਿਚੋੜ ਸਾਡੇ ਗਰੀਬਾਂ ਦੇ ਕਿਉਂ ਡਿਆ ਜੇ ਕੱਢਣ। ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਪਰਜਿਆਂ ਦੇ ਬੜੇ ਦੁੱਖ ਤੇ ਦੁਖਦਾਈ ਹਿਰਦੇ ਦੇ ਨਾਲ ਕਹਿਣਾ ਪੈਂਦਾ ਭਾਈ ਕਿ ਮੋਦੀ ਸਾਹਿਬ, ਤੈਨੂੰ ਮੋਦੀ ਸਾਹਿਬ ਆਨੇ ਅਜੇ ਵੀ ਤੂੰ ਸਾਹਿਬ ਦੇ ਲਾਇਕ ਦਾ ਨਹੀਂ ਆ, ਉਦਾਂ ਤੈਨੂੰ ਸਾਹਿਬ ਜੀ ਕਹਿਣ ਦੇ ਆ। ਮੋਦੀ ਸਾਹਿਬ ਜੀ, ਇਹਨਾਂ ਪਰਜਿਆਂ ਦੇ ਇਹਨਾਂ ਨੂੰ ਘਰੋਂ ਘਰੀ ਭੇਜ ਤੇ ਇਹਨਾਂ ਦੇ ਮਤੇ ਪਾਸ ਕਰਦੇ, ਜਿਹੜੇ ਵੀ ਸਾਡੀਆਂ ਮੰਗਾਂ ਵਾ ਇਹ ਜਾਇਜ਼ ਮੰਗਾਂ ਵਾ। ਤੂੰ ਸਾਡੇ ਤੇ ਹੋਰ ਬੋਝ ਨਾ ਪਾਈ ਜਾ, ਇਹ ਤੈਨੂੰ ਲੇਖਾ ਦੇਣਾ ਪੈਣਾ ਈ। ਲੇਖਾ ਰੱਬ ਮਗੇਸੀਆਂ ਤੇ ਬੈਠਾ ਕੱਢ ਵਈ, ਉਹ ਜਦੋਂ ਵਈ ਖਾਤਾ ਕੱਢ ਲੈਂਦਾ ਨਾ ਤੇ ਪਾਈ ਦਾ ਲੇਖਾ ਦੇਣਾ ਪੈਂਦਾ। ਅੱਜ ਤੂੰ ਰਾਜ ਤੇ ਆ ਨਾ, ਤੇ ਤੈਨੂੰ ਰਾਜ ਤੋਂ ਥੱਲੇ ਵੀ ਲਾਉਣ ਵਾਲਾ ਉਹ ਪਰਮੇਸ਼ਰ ਹੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਰਨ ਕਿਰਪਾ, ਇਹਨੂੰ ਸਮੱਤ ਬਖਸ਼ਣ ਤੇ ਪ੍ਰਜਾ ਦੀ ਵੀ ਤੇਰੀ ਮਨ ਦੇ ਵਿੱਚ, ਮੱਤ ਦੇ ਵਿੱਚ ਆ ਜਾਵੇ ਵੀ ਮੈਂ ਇਹਦੀ ਸੁਣਾਈ ਕਰਨੀ ਆ। ਨਿੱਕੇ ਨਿੱਕੇ ਬੱਚੇ, ਮਾਈਆਂ, ਬੀਬੀਆਂ, ਭੈਣਾਂ ਜਿਹੜੀਆਂ ਰੋਡ ਦੇ ਉੱਤੇ ਉੱਦਾਂ ਹੀ ਬੈਠੀਆਂ ਦਰੀ ਵਿਛਾ ਕੇ ਭਾਈ, ਇਹ ਬੜੇ ਦੁਖੀ ਹਿਰਦੇ ਦੇ ਨਾਲ ਕਹਿਣਾ ਪੈਂਦਾ ਤੇ ਮਤੇ ਪਾਸ ਕਰਦੇ। ਸਾਨੂੰ ਕਾਨੂੰਨ ਦੀ ਨਹੀਂ ਲੋੜ, ਹੱਥ ਜੋੜ ਕੇ ਬੇਨਤੀ ਆ, ਸਾਡੇ ਕਾਨੂੰਨਾਂ ਦੀ ਨਹੀਂ ਲੋੜ। ਜਿਹੜੇ ਤੂੰ ਕਾਨੂੰਨ ਬਣਾ ਰਿਹਾ ਨਾ, ਇਹਨਾਂ ਦੀ ਨਹੀਂ ਲੋੜ, ਨਹੀਂ ਲੋੜ, ਤੇ ਵਾਪਸ ਕਰ ਦੇ। ਬਹੁਤ ਬਹੁਤ ਧੰਨਵਾਦ ਤੇਰਾ, ਜੇ ਵੀ ਸਾਡੀਆਂ ਪੁਕਾਰਾਂ ਸੁਣ ਲੈ ਨਾ, ਹੱਥ ਜੋੜ ਕੇ ਬੇਨਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਿਹੜੀ ਸਟੇਜ ਹੈ ਸਿੰਘੂ ਬਾਰਡਰ ਦੇ ਉੱਤੇ, ਉਹਦੇ ਬਿਲਕੁਲ ਕੋਲ ਅਸੀਂ ਇੱਕ ਇੱਥੇ ਦੇਖ ਰਹੇ ਹਾਂ ਪੜਾਅ ਹੈ ਲੰਗਰ ਦਾ। ਤੇ ਸ਼ਾਹਕੋਟ ਏਰੀਏ ਦੇ ਵਿੱਚੋਂ, ਪੰਜਾਬ ਦੇ ਜਿਹੜੇ ਦੁਆਬੇ ਦੇ ਵਿੱਚੋਂ ਇਹ ਭਰਾ ਇੱਥੇ ਪਹੁੰਚ ਕੇ ਲੰਗਰ ਦੀ ਸੇਵਾ ਕਰ ਰਹੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹੁਣ ਠੀਕ ਆ, ਮੌਸਮ ਦੇ ਲਿਹਾਜ਼ ਨਾਲ ਤਾਂ ਚੱਲੀ ਜਾਂਦਾ, ਮਾਲਕ ਦੀ ਕਿਰਪਾ ਹੈ। ਪਰ ਇਹ ਕੰਮ ਜਿੰਨਾ ਚਿਰ ਰੱਦ ਨਹੀਂ ਕਰਦੇ, ਉਸ ਤਰ੍ਹਾਂ ਅਸੀਂ ਡਟੇ ਰਹਾਂਗੇ। ਅਸੀਂ ਆਪਦੇ ਹੱਕ ਲੈ ਕੇ ਜਾਵਾਂਗੇ ਮਹਾਰਾਜ ਦੀ ਕਿਰਪਾ ਨਾਲ। ਕੋਈ ਸਿੱਖ ਕੌਮ ਐਸੀ ਆ, ਇੱਕ ਚੜ੍ਹਦੀ ਕਲਾ ਵਾਲੀ ਆ, ਇਹ ਆਪਦੇ ਹੱਕਾਂ ਲਈ ਆਪ ਸਰੀਰ ਕੁਰਬਾਨ ਕਰ ਸਕਦੀ ਆ। ਸ਼ਹੀਦ ਬਾਬਾ ਦੀਪ ਸਿੰਘ ਦੀ ਕਿਰਪਾ ਚਾਹੀਦੀ ਆ, ਸਾਡੇ ਸਤਿਗੁਰਾਂ ਦੀ ਕਿਰਪਾ, ਬਾਬੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। 4 ਮੋਏ ਤੋਂ ਕਿਆ ਜੀਵਿਤ ਕਈ ਹਜ਼ਾਰ, ਠੀਕ ਹੈ ਜੀ। ਉਹਦੀ ਕਿਰਪਾ ਨਾਲ ਹੀ ਅਸੀਂ ਖਾਲਸਾ ਰਾਜ
ਮਾਲਕ ਕਿਰਪਾ ਕਰੂਗਾ, ਸਤਿਗੁਰੂ ਕਿਰਪਾ ਕਰਨਗੇ, ਮੋਦੀ ਨੂੰ ਇਹ ਮੰਨਣਾ ਪਊਗਾ। ਸੋ ਅੱਜ 19 ਤਰੀਕ ਸ਼ੁੱਕਰਵਾਰ ਦਾ ਦਿਨ ਹੈ ਅੱਜ, ਤੇ ਸਟੇਜ ਦੀ ਤਾਂ ਚਾਹੇ ਸਮਾਪਤੀ ਹੋ ਚੁੱਕੀ ਹੈ, ਪਰ ਇਹ ਦੇਖ ਰਹੇ ਸਾਂ ਕਿ ਜਿਹੜੇ ਸਾਡੇ ਬਜ਼ੁਰਗ ਨੇ, ਸਾਡੇ ਨੌਜਵਾਨ ਭਰਾ ਨੇ, ਇਹਨਾਂ ਦਾ ਕਾਫਲਾ ਸਟੇਜ ਦੇ ਕੋਲ ਖੜਾ ਗੱਲਾਂ ਕਰ ਰਿਹਾ ਸੀ, ਵਿਚਾਰਾਂ ਕਰ ਰਿਹਾ ਸੀ। ਤੇ ਆਓ ਜਾਣਦੇ ਹਾਂ ਕਿਸ ਤਰ੍ਹਾਂ ਦੀ ਵਿਚਾਰ ਜਿਹੜੀ ਇੱਥੇ ਚੱਲ ਰਹੀ ਸੀ। ਉਹ ਤਾਂ ਵੇਖੋ, ਸੋਚੋ ਜੀ, ਇਹਨਾਂ ਦੀ ਨੀਤੀ ਮਾੜੀ ਏ। ਇਹਨਾਂ ਦੀ ਨੀਤੀ ਜਿਹੜੀ ਏ ਇਹ ਮੋਦੀ ਦੀ ਪਹਿਲੋਂ ਲੈ ਕੇ ਮਾੜੀ ਏ। ਉਹ ਪੰਜਾਬ ਨੂੰ ਜਿੰਨਾ ਵੀ ਆਪਣਾ ਹੈਗਾ, ਦਿੱਲੀ ਜਾਂ ਕੋਈ ਵੀ ਏ, ਸਾਰੇ ਸੈਂਟਰ ਸੂਬਿਆਂ ਸਾਰਿਆਂ ਨੂੰ ਉਹ ਫੇਲ ਕਰਨਾ ਚਾਹੁੰਦਾ ਹੈ। 3 ਕਾਨੂੰਨ ਰੱਦ ਕਰਨ ਵਾਸਤੇ ਜਿੱਥੇ ਇੱਥੇ ਬੈਠੇ ਆ, ਆਪਾਂ ਨੂੰ ਕਰੀਬ 3 ਮਹੀਨੇ ਹੋ ਚੱਲੇ, ਆਉਣ ਵਾਲੀ 27-28 ਤਰੀਕ ਨੂੰ। ਸੋ ਉਹਦੇ ਚੱਲਦਿਆਂ ਇਹਨਾਂ 3 ਮਹੀਨਿਆਂ ਦੇ ਦੌਰਾਨ ਹੀ ਗੈਸ ਦਾ ਜਿਹੜਾ ਸਿਲੰਡਰ ਦਾ ਰੇਟ ਉਹ 50 ਰੁਪਏ ਵਧਾ ਦਿੱਤਾ ਗਿਆ ਜੀ। ਉਹ ਆਈ ਥਿੰਕ ਲਾਗੂ ਹੋਣਾ ਥੋੜੇ ਸਮੇਂ ਦੇ ਵਿੱਚ। ਪੈਟਰੋਲ ਦੀ ਕੀਮਤ ਜਿਹੜੀ ਉਹ 90-91 ਰੁਪਏ ਕਰ ਦਿੱਤੀ ਗਈ ਪੰਜਾਬ ਦੇ ਵਿੱਚ। ਸੋ ਕਿਤੇ ਜਿਹੜੇ ਆਪਾਂ ਟੋਲ ਬੰਦ ਕਰਵਾਏ, ਹੁਣ ਰਾਜਸਥਾਨ ਦੇ ਵਿੱਚ ਵੀ ਟੋਲ ਬੰਦ ਹੋ ਗਏ ਆ, ਪੰਜਾਬ ਹਰਿਆਣਾ 'ਚ ਵੀ ਲੰਮੇ ਸਮੇਂ ਤੋਂ ਟੋਲ ਟੈਕਸ ਜਿਹੜੇ ਬੰਦ ਨੇ, ਕਿਤੇ ਉਹ ਖਰਚੇ ਆਪਣੇ ਦੂਸਰੇ ਤਰੀਕਿਆਂ ਨਾਲ ਤਾਂ ਨਹੀਂ ਜੇਬ 'ਚੋਂ ਕੱਢੇ ਜਾ ਰਹੇ ਕਿ ਇਹ ਜਿਹੜੇ ਨਵੇਂ ਮੁੱਦੇ ਜੁੜ ਰਹੇ ਇਹਨਾਂ ਨੂੰ ਵੀ ਨਾਲ ਜੋੜਿਆ ਜਾ ਰਿਹਾ ਹੈ। ਉਹ ਵੇਖੋ ਜੀ, ਇਹਨਾਂ ਦੀ ਡਰਾਉਣ ਧਮਕਾਉਣ ਦੀ ਆਦਤ ਹੈ। ਪੈਟਰੋਲ ਵਧਾਤਾ, ਡੀਜ਼ਲ ਵਧਾਤਾ, ਵੀ ਕਿਸ ਤਰ੍ਹਾਂ ਕਿਸਾਨ ਡਰੇ। ਜਿਵੇਂ ਉਧਰ ਹੁਣ ਟੋਏ ਪੱਟਤੇ ਆ, ਇਹਦਾ ਤਾਰਾਂ ਲਾਈ ਜਾਂਦੇ ਆ। ਇਹਨਾਂ ਦੇ ਇਹੋ ਮਸ਼ਕ ਦੇ ਵੀ ਕਿਸਾਨ ਜਿਹੜੇ ਪਿੱਛੋਂ ਆਉਣੇ ਨੇ, ਹੁਣ 22 ਤਰੀਕ ਨੂੰ ਸਾਡਾ ਜਥਾ ਆਉਣਾ ਹੈ, ਉਹਨਾਂ ਨੂੰ ਵੀ ਪਿੱਛੋਂ ਅਸੀਂ ਇਹੋ ਜਿਹਾ ਮੀਡੀਆ ਰਾਹੀਂ ਭੇਜ ਦਈਏ ਵੀ ਉਹ ਡਰ ਜਾਣ। ਪਰ ਸਾਡੇ ਜਿਹੜੇ ਯੋਧੇ ਨੇ ਉਹ ਡਰਨ ਵਾਲੇ ਨਹੀਂ, ਸਾਡੇ ਪੱਕੇ ਬੰਦੇ ਨੇ, ਵਿਉਂਤਬੰਦੀ ਨਾਲ ਉਹਨਾਂ ਵਾਰੀ ਲੱਗੇ ਹੋਣਾ। ਜਦੋਂ ਸਾਡਾ ਕਣਕ ਦਾ ਹੋਵੇਗਾ ਉਦੋਂ ਅਸੀਂ ਬੀਬੀਆਂ ਦਾ ਥੋੜ੍ਹਾ ਜਿਹਾ ਵੱਧ ਕਰ ਦਿਆਂਗੇ। ਕੋਈ ਬੰਦਿਆਂ ਨੂੰ ਮਾੜਾ ਮੋਟਾ ਕੰਮ ਹੁੰਦਾ ਹੈ, ਉਹ ਵੀ ਵਾਰੀ ਬੰਨ੍ਹ ਕੇ ਪਿੰਡਾਂ ਦੇ ਵਿੱਚੋਂ ਅਸੀਂ ਜ਼ਰੂਰ ਹਾਜ਼ਰੀ ਭਰਾਂਗੇ। ਜਿੱਤਣਾ ਹੀ ਜਿੱਤਣਾ ਹੈ ਜੀ। ਤੇ ਪਰ ਮੋਰਚੇ ਦੇ ਸਾਨੂੰ ਇਹ ਆਉਣ ਦਾ ਫਾਇਦਾ, ਜੇ ਅਸੀਂ ਜਾ ਕੇ ਅਕਾਲੀ ਤੇ ਕਾਂਗਰਸ ਨੂੰ ਵੋਟ ਨਾ ਪਾਈਏ। ਹਾਂ, ਇੱਥੇ ਆਉਣ ਦਾ ਸਾਡਾ ਤਾਂ ਫਾਇਦਾ ਹੈ ਜੇ ਅਸੀਂ ਅਕਾਲੀ ਤੇ ਕਾਂਗਰਸ ਨੂੰ ਕਿਸੇ ਨੂੰ ਵੋਟ ਨਾ ਪਾਈਏ। ਮੋਰਚਾ ਤੇ ਚਲੋ ਜਿੱਤਿਆ ਜਾਣਾ, ਜਿੱਤਣਾ ਹੀ ਮਿੱਥ ਕੇ ਆਏ ਕਿ ਜਿੱਤਣਾ ਹੈ, ਪਰ ਉੱਥੇ ਜਾ ਕੇ ਇਹਨਾਂ ਨੂੰ ਅਸੀਂ ਮੂੰਹ ਨਾ ਲਾਈਏ। ਸੋ ਜਿੱਥੇ ਬਾਬਾ ਜੀ ਇਸ ਜਥੇ ਦੇ ਵਿੱਚ ਖੜੇ ਆਪਾਂ ਹੋਰ ਸਰਗਰਮ ਗੱਲਾਂ ਕਰ ਰਹੇ ਹਾਂ, ਉੱਥੇ ਫਿਰ ਆਨੰਦਪੁਰ ਸਾਹਿਬ ਦੀ ਗੱਲ ਵੀ ਆਉਂਦੀ ਹੈ। ਤੇ ਮੈਂ ਚਾਹਣਾ ਕਿ ਤੁਸੀਂ ਜਿਹੜੇ ਆਨੰਦਪੁਰ ਸਾਹਿਬ ਦੇ ਜਿਹੜਾ ਬੜੀ ਚੜ੍ਹਦੀ ਕਲਾ ਹੋਈ ਉਹਦੇ ਬਾਰੇ ਇੱਕ ਵਾਰ ਸੰਗਤ ਨੂੰ। ਮੈਂ ਤਾਂ ਨਾ ਵੀ ਬਹੁਤ ਜ਼ਿਆਦਾ ਉਹ ਸ਼ਾਨ ਪੱਖੀ ਜਿਨ੍ਹਾਂ ਨੇ ਕਿਹਾ ਵੀ ਕੋਈ ਵੀ ਪਾਰਟੀ ਹੈ ਜਿਹੜੀ ਉਹ ਨਹੀਂ ਖਲੋਣ ਦੇਣੀ। ਅਸਾਂ ਜਿਹਨੇ ਖਲੋਣਾ ਆਜ਼ਾਦ ਖਲੋਵੋ ਤੇ ਅਸੀਂ ਉਹਨਾਂ ਨੂੰ ਜਿਤਾਵਾਂਗੇ, ਤੇ ਉਹਨਾਂ ਨੂੰ ਜਿਤਾਇਆ ਵੀ। ਮੈਂ ਉਹਨਾਂ ਦਾ, ਆਨੰਦਪੁਰ ਸਾਹਿਬ ਵਾਲਿਆਂ ਦਾ ਬੜਾ ਧੰਨਵਾਦ ਕਰਦਾ, ਉਸ ਏਰੀਏ ਦਾ, ਪਠਾਨਕੋਟ ਵਾਲਿਆਂ ਦਾ ਵੀ। ਚਲੋ ਪਾਰਟੀਆਂ, ਤੁਸੀਂ ਇਹ ਨਾ ਸੋਚੋ ਵੀ ਦੂਜੀ ਪਾਰਟੀ ਜਿਹੜੀ ਗੱਲ ਇਹੋ ਹੀ ਇੱਕੋ ਹੀ ਇਹਨਾਂ ਦੀ ਸਾਰੀ, ਜਿਵੇਂ ਇਹਨਾਂ ਦੱਸਿਆ ਨਾ, ਗੱਲ ਇੱਕੋ ਹੀ ਹੈ। ਭਾਵੇਂ ਕੋਈ ਹੱਥ ਹੀ ਬਦਲਣਾ ਹੈ, ਹਥਿਆਰ ਉਹੀ ਹੈ ਜੀ। ਬਸ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਆਪਣਾ ਤੇ ਚਲੋ ਮਤਲਬ ਇਹ ਆ ਵੀ ਲੰਗਰਾਂ ਨਾਲ, ਪਰ ਜਿਹੜੀ ਸੱਚਾਈ ਹੁੰਦੀ ਹੈ ਨਾ, ਥੋੜ੍ਹੀ ਬੜੀ ਅੰਦਰੋਂ ਨਿਕਲੀ ਆਉਂਦੀ ਹੈ ਵੀ ਇਹਨਾਂ ਵੋਟਾਂ ਦੇ ਵਿੱਚ ਵੀ ਆਮ ਇਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਪਬਲਿਕ ਸਾਡੇ ਨਾਲ ਨਹੀਂ। ਜੇ ਪਬਲਿਕ ਨਹੀਂ ਨਾਲ ਤਾਂ ਤੁਸੀਂ ਨਾਲ ਹੋ ਜਾਓ, ਇਹ ਖੜਾ ਛੱਡ ਦਿਓ। ਤੁਸੀਂ ਪਬਲਿਕ ਨੂੰ ਜੋੜੋ, ਆਪਣੇ ਨਾਲ ਪਿਆਰ ਨਾਲ ਜੋੜੋ। ਬਈ ਤੁਹਾਨੂੰ ਪਤਾ ਲੱਗਦਾ ਨਹੀਂ ਜੋੜੀ, ਵੀ ਇਸ ਕਰਕੇ ਨਹੀਂ ਸਾਡੇ ਨਾਲ ਤੁਰ ਰਹੀ। ਤੇ ਆਪਾਂ ਨੂੰ ਆਪਣਾ ਫਰਜ਼ ਬਣਦਾ, ਰਾਜੇ ਦਾ ਫਰਜ਼ ਬਣਦਾ ਵੀ ਪਬਲਿਕ ਇਸ ਗੱਲ ਤੋਂ ਨਾਰਾਜ਼ ਹੈ ਤੇ ਉਸ ਵੱਲ ਨੂੰ ਹੋ ਜਾਵੇ। ਮੈਂ ਤਾਂ ਇਹੀ ਬੇਨਤੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ ਨੇ ਆਨੰਦਪੁਰ ਸਾਹਿਬ ਬਾਰੇ ਵੀ ਵਿਚਾਰ ਰੱਖੇ, ਹੋਰ ਉਹਨਾਂ ਨੇ ਆਪਣੇ ਵਲਵਲੇ ਸਾਂਝੇ ਕੀਤੇ ਸੰਗਤ ਦੇ ਨਾਲ ਹੀ ਆਪਾਂ ਮਾਝੇ ਏਰੀਏ ਦੇ ਵਿੱਚ, ਬਾਬਾ ਜੀ ਤੁਸੀਂ ਵੀ, ਤੁਹਾਡੇ ਵੀ ਉੱਥੇ ਡੇਰੇ ਨੇ, ਤੇ ਪੱਟੀ ਦੇ ਵਿੱਚ ਵੀ ਵੱਡਾ ਹੰਗਾਮਾ ਹੋਇਆ ਹੈ ਜਦੋਂ ਇੱਕ ਚੋਣਾਂ ਵਾਲੇ ਦਿਨ ਕਾਫੀ ਉੱਥੇ ਡੀਸੀ ਵੱਲੋਂ ਕੁੱਟਮਾਰ ਕੀਤੀ ਗਈ ਕਿਸੇ ਪਾਰਟੀ ਦੇ ਨੁਮਾਇੰਦੇ ਦੀ। ਉਹਦੇ ਬਾਰੇ ਮੈਂ ਚਾਹੁੰਦਾ ਕਿ ਉਹਦੇ ਬਾਰੇ ਵੀ ਜਿਹੜੀਆਂ ਇਹ ਵਿਉਂਤਬੰਦੀਆਂ ਨੇ ਸਰਕਾਰ ਦੀਆਂ, ਕਿਸ ਪਾਸੇ ਨੂੰ ਇਹ ਚੀਜ਼ਾਂ ਨੂੰ ਖਿੱਚ ਕੇ ਲਿਜਾ ਰਹੀਆਂ ਨੇ, ਉਹਦੇ ਬਾਰੇ ਵੀ ਦੱਸੋ। ਵਾਹਿਗੁਰੂ ਜੀ, ਸਿਆਸੀ ਬੰਦੇ ਨੇ ਖਿੱਚਣਾ ਵਾ। ਸਾਡੇ ਲੋਕ ਹੀ ਸੋਚਦੇ, ਇੱਥੋਂ ਵੇਖ ਕੇ ਕੀ ਗਏ ਲੋਕ ਜੀ, ਉੱਥੇ ਜਾ ਕੇ ਉਹ ਛਿੱਤਰੋ ਛਿੱਤਰੀ ਹੋਣ ਰਹੇ ਆ ਤੇ ਉਹ ਹੀ ਵੋਟਾਂ ਪਾਉਣ ਦੇ ਜਾ ਕੇ। ਸਾਡਾ ਮਸਲਾ ਤਾਂ ਹੱਲ ਹੋਇਆ ਨਹੀਂਗਾ। ਸਾਡੇ ਲੋਕਾਂ ਨੂੰ ਉੱਥੇ ਜਾਣਾ ਨਹੀਂ ਚਾਹੀਦਾ, ਸਾਡੇ ਲੋਕਾਂ ਨੂੰ ਪਹਿਲਾਂ ਇੱਥੇ ਬਹਿਣਾ ਚਾਹੀਦਾ। ਆ ਕੇ ਇਹ ਮਸਲਾ ਹੱਲ ਕਰਾ ਕੇ ਦੂਜੇ ਬੰਨੇ ਤੁਰਨਾ ਹੀ ਫੇਰ ਚਾਹੀਦਾ ਵਾ। ਅਸੀਂ ਇਹਨਾਂ ਨੂੰ ਜਿਹੜੇ ਫਰਲੇ ਫੇਰ ਦੇਣੇ ਤੇ ਸ਼ੁਰੂ ਕਰਤੇ ਆ। ਸਾਡਾ ਮਸਲਾ ਹੱਲ ਕਰਾਇਆ ਗਏ ਨੇ, ਕੋਈ ਗਾੜੀ ਲੱਗਾ ਸਾਡੇ, ਕੋਈ ਲੀਡਰ ਨੇ ਆ ਕੇ ਆਵਾਜ਼ ਠਾਈ ਗਏ ਨੇ, ਤਾਂ ਅਸੀਂ ਲਿਆ ਕੇ ਫੇਰ ਉਹ ਵੋਟਾਂ ਤੋਂ ਜੱਟ ਹੀ ਅਸੀਂ ਤਾਂ ਫਿਰ ਅਨਪੜ੍ਹਤਾ ਹੀ ਕਹਾਂਗੇ ਜਾ ਕੇ ਛਿੱਤੋ ਛਿੱਤਰੀ ਹੋਣ ਡਏ ਆ ਇਹਨਾਂ ਦੀਆਂ ਲੋਕਾਂ ਦੀਆਂ ਵੋਟਾਂ ਵਾਸਤੇ। ਇਹਨਾਂ ਸਾਡੇ ਵਾਸਤੇ ਕੀ ਕੀਤਾ ਲੀਡਰ ਨੇ? ਇਹ ਆਵਾਜ਼ ਉਠਾਉਣ ਸਾਡੇ ਵਾਸਤੇ ਅੱਜ ਕੁਛ ਨਾ ਕੁਛ ਹੋ ਸਕਦਾ। ਸਾਡਾ ਕੋਈ ਲੀਡਰ ਕੋਈ ਆਵਾਜ਼ ਉਠਾਉਣ ਡਿਆ, ਕੋਈ ਸਰਕਾਰ ਗਾੜੀ ਲਾ ਕੇ ਆਵਾਜ਼ ਉਠਾਉਣ ਡਈ। ਚੋਰ ਕੁੱਤੀ ਰਲੀ ਵਾਲੀ ਗੱਲ ਚੱਲਣ ਡਈ ਆ ਤੇ ਇਹਨਾਂ ਨੂੰ ਹੱਥ ਵਿਖਾਉਣ ਲੋਕ ਤੇ ਫਿਰ ਪਤਾ ਲੱਗਣਾ। ਲੋਕ ਇੱਕ ਵਾਰੀ ਵਿਖਾਉਣ, ਇਹਨਾਂ ਨੂੰ ਪਤਾ ਲੱਗੇ ਡੱਬੇ ਖਾਲੀ ਨਿਕਲਦੇ, ਜੇ ਤਾਂ ਕਿਤੇ ਇੱਕ ਥਾਂ ਨਿਕਲੀ ਇੱਕ ਵੋਟ ਉਸ ਤਰ੍ਹਾਂ ਪਤਾ ਲੱਗੇ। ਲੋਕੀ ਇਹਨਾਂ ਨੂੰ ਥੋੜ੍ਹੇ ਬਹੁਤੇ ਹੱਥ ਵਿਖਾਉਣ, ਕੋਈ ਹੱਥ ਵਿਖਾ ਕੇ ਰਾਜੀ ਨਹੀਂ। ਸਾਡੇ ਲੋਕ ਇੱਥੇ ਰੌਲਾ ਪਾ ਕੇ ਜਕਾਰੇ ਛੱਡ ਕੇ ਤੇ ਉੱਥੇ ਜਾ ਕੇ ਫੇਰ ਵੋਟਾਂ ਨੂੰ ਲੜਨ ਡਏ ਆ। ਮੇਰੀ ਤਾਂ ਇਹੋ ਬੇਨਤੀ ਹੈ ਵੀਰੇ, ਮੈਂ ਤਾਂ ਨਾ ਤਗੜੇ ਹੋ ਕੇ ਚੜ੍ਹ ਕੇ ਹੁਣ ਦਿੱਲੀ ਆ ਕੇ ਹੰਗਾਰਾ ਭਰਨ। ਖਾਲਸਾ ਜੀ ਆਨੇ ਆ ਪਰਚੀ ਵਾਲੀ ਅੱਜ ਹੱਥ ਨਾਲ ਪਰਚੀ ਵਾਲੀ ਵੋਟ ਹੋ ਜੇ, ਭਾਵੇਂ ਮੋਦੀ ਦਾ ਪਿਓ ਵੀ ਖਲੋ ਜੇ, ਅਸੀਂ ਰਾਵਾਂਗੇ ਉਹਨੂੰ।
ਕਿਉਂਕਿ ਲੰਮੇ ਸਮੇਂ ਤੋਂ ਵਾਕਈ ਬਾਬਾ ਜੀ ਤੁਹਾਡੀ ਗੱਲ ਬਹੁਤ ਚੰਗਾ ਤੁਸੀਂ ਜਿਹੜਾ ਜਵਾਬ ਦਿੱਤਾ, ਕਿਉਂਕਿ ਲੰਮੇ ਸਮੇਂ ਤੋਂ ਇਹ ਦਬਾਅ ਵੀ ਪਾਇਆ ਜਾ ਰਿਹਾ ਪ੍ਰਸ਼ਾਸਨ ਦੇ ਉੱਤੇ ਕਿ ਜਿਹੜੀਆਂ ਈਵੀਐਮ ਦੇ ਥਰੂ ਜਿਹੜੀਆਂ ਵੋਟਾਂ ਹੁੰਦੀਆਂ ਮਸ਼ੀਨਾਂ ਦੇ ਥਰੂ ਉਹਨਾਂ 'ਚ ਹੇਰਾਫੇਰੀ ਹੁੰਦੀ ਹੈ। ਬਹੁਤ ਜ਼ਿਆਦਾ ਹੇਰਾਫੇਰੀ ਹੋ ਰਹੀ, ਜਿੱਥੋਂ ਵੀ ਜਿੱਤ ਰਿਹਾ ਜੀ ਹੇਰਾਫੇਰੀ ਨਾਲ ਜਿੱਤ ਰਹੇ ਆ ਸਾਰੇ, ਹੋਰ ਕੋਈ ਨਹੀਂ। ਅੱਜ ਇਲੈਕਸ਼ਨ ਜਿੱਥੇ ਮਰਜ਼ੀ ਕਰਾ ਲੈਣ, ਬੰਗਾਲ 'ਚ ਚੱਲਣ ਦੀ, ਅੱਜ ਬੰਗਾਲ 'ਚ ਪਰਚੀ ਨਾਲ ਇਲੈਕਸ਼ਨ ਕਰਾ ਲੈਣ ਤੇ ਆਪਣੇ ਜਿਆਦਾ ਮੋਦੀ ਸਾਹਿਬ ਹਾਰੂਗਾ। ਜਿਹੜੀ ਪਾਰਟੀ ਮਰਜ਼ੀ ਆਪਣਾ ਕਿਸਾਨਾਂ ਦਾ ਜਿਹਨੂੰ ਮਰਜ਼ੀ ਖਿਲਾਰ ਦੇਣ, ਕੋਈ ਵੀ ਹੋਰ ਪਾਰਟੀ ਕੋਲ ਖੜੀ ਬਾਂਹ ਜਿੱਤਣਗੇ। ਆਜ਼ਾਦ ਖਿਲਾਉਣ ਨੂੰ ਆਜ਼ਾਦ ਜਿੱਤਣਗੇ, ਜਿੱਥੋਂ ਮਰਜ਼ੀ ਖਿਲਾਰ ਦਈਏ ਜੀ। ਅੱਜ ਇਲੈਕਸ਼ਨ ਜਿੱਥੇ ਮਰਜ਼ੀ, ਭਾਵੇਂ ਆਪਦੀ ਦਿੱਲੀ 'ਚ ਕਰਾ ਲੇ, ਭਾਵੇਂ ਬੰਗਾਲ 'ਚ ਕਰਾ ਲੇ, ਭਾਵੇਂ ਗੁਜਰਾਤ ਦੇ ਵਿੱਚ ਕਰਾ ਦੇ। ਮੋਦੀ ਦੇ ਬਰੋਬਰ ਦੇ ਖੋਤਾ ਖਿਲਾ ਦੇਣਾ, ਖੋਤਾ ਜਿੱਤੂਗਾ, ਮੋਦੀ ਹਾਰੂਗਾ। ਪਾਲ ਹੌਸਲਾ ਬੁਲੰਦ ਆ, ਕੋਈ ਕਿਸੇ ਗੱਲ ਦੀ ਕਮੀ ਨਹੀਂ ਗੀ, ਕਿਸੇ ਵਾਹਿਗੁਰੂ ਦੀ ਕਿਰਪਾ ਵਾ, ਕਿਸੇ ਨਾ ਹਰ ਤਰ੍ਹਾਂ ਫੌਜਾਂ ਤਿਆਰ ਪਿਆ। ਵੇਖੋ ਬਜ਼ੁਰਗ, ਬੱਚੇ, ਨੌਜਵਾਨ, ਬੀਬੀਆਂ ਵੀ ਤੁਸੀਂ ਕਮਰਿਆਂ ਤੋਂ ਖਬਰ ਕਰ ਰਹੇ ਜੇ, ਵੇਖਣ ਦੇ ਜੇ ਪਰ ਤਿਆਰ ਵੇਖੋ ਕਿਹੜੀਆਂ ਕਿਹੜੀਆਂ ਉਮਰਾਂ ਦੇ ਬਜ਼ੁਰਗ ਬੰਦੇ ਸਾਡੇ ਜਿਹੜੇ ਮਾਂ ਪਿਓ ਵਾ, ਉਹ ਵੇਖੋ ਕਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਲਿਆ ਖੜਾ ਸੜਕ ਤੇ ਖੜੇ ਕਰ ਦਿੱਤਾ ਇਹਨਾਂ ਨੇ। ਤੇ ਸਾਡਾ ਵੀ ਫਰਜ਼ ਬਣਦਾ ਵਾ ਵੀ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਈਏ। ਪਾਰਟੀਬਾਜ਼ੀ ਸਾਰੀ ਤੋਂ ਉੱਤਰ ਉੱਠ ਕੇ ਹੋ ਗਏ ਤੇ ਜਿਹੜਾ ਵੀ ਇਹਨਾਂ ਨੂੰ ਆਪਾਂ ਜਵਾਬ ਦਈਏ। ਤਿਆਰ ਘਰਾਂ ਦੇ ਵਿੱਚ ਬੈਠੀ ਆ, ਉਹ ਵੀ ਸਾਡੇ ਵੀਰ ਭਰਾ ਤੁਹਾਡੇ ਜਿਹੜੇ ਕੋਈ ਕੈਮਰੇ ਰਾਹੀਂ ਵੇਖਣ ਦੇ, ਟੀਵੀ ਰਾਹੀਂ ਆ, ਉਹ ਵੱਧ ਚੜ ਕੇ ਮਤਲਬ ਦਿੱਲੀ ਵੱਲ ਨੂੰ ਧਾਵਾ ਕਰਕੇ ਆਉਣ, ਵੱਧ ਤੋਂ ਵੱਧ ਸੰਗਤਾਂ ਹੁਣ। ਇਹ ਇੱਕ ਦਾ ਨਹੀਂ ਗਾ ਜੀ, ਇੱਕ ਦੇ ਨਹੀਂ ਗਾ। ਜੇ ਨਾ ਸਮਝਣ ਵੀ ਕਿਸਾਨ ਦਾ ਗਲ ਘੁੱਟਣ ਦਿਆ ਵਾ, ਜ਼ਿਮੀਂਦਾਰ ਦਾ ਇਕੱਲੇ ਦਾ ਘੁੱਟਣ ਦਿਆ, ਦੁਕਾਨਦਾਰ ਦਾ, ਵਪਾਰੀ ਦਾ, ਗਰੀਬ ਦਾ, ਹਰ ਇਨਸਾਨ ਦਾ ਫਰਜ਼ ਬਣਦਾ ਵਾ ਵੀ ਇੱਥੇ ਵੱਧ ਚੜ ਕੇ ਸੰਗਤ ਦੇ ਵਿੱਚ ਆ। ਸੀਜ਼ਨ ਹੀ ਆਉਂਦਾ ਵਾ। ਹਾਂਜੀ, ਬੰਦ ਸੀ 4 ਘੰਟੇ, ਉਹਦੇ ਬਾਰੇ ਫਿਰ ਕੀ ਤੁਹਾਨੂੰ ਜਿਹੜੇ ਉਹਦੇ ਸਿੱਟੇ ਕੀ ਨਿਕਲੇ, ਇੱਥੇ ਕਿੱਦਾਂ ਦੀਆਂ ਖਬਰਾਂ ਤੁਹਾਨੂੰ? ਉਹਦੇ ਵਿੱਚ ਬਹੁਤ ਸਾਡਾ ਚੜ੍ਹਦੀ ਕਲਾ ਦਾ ਮੈਸੇਜ ਆਇਆ ਵਾ ਜੀ। 19 ਸੂਬਿਆਂ ਦੇ ਵਿੱਚ 4 ਘੰਟੇ ਰੇਲ ਬੰਦ ਰਹੀ ਆ। ਜਿਹੜੇ ਰੇਲਾਂ ਦੇ ਵਿੱਚ ਮੁਸਾਫਰ ਕਰਦੇ ਰਹੇ, ਮੁਸਾਫਰੀ ਕੀਤੀ ਆ, ਉਹਨਾਂ ਵੀ ਕਿਸਾਨ ਦੇ ਵਿੱਚ ਨਾਰਾ ਮਾਰਿਆ, ਹੰਗਾਰਾ ਭਰਿਆ ਵਾ। ਬਹੁਤ ਵਧੀਆ ਸਾਨੂੰ ਮੈਸੇਜ ਮਿਲਿਆ ਵਾ। 19 ਸੂਬਿਆਂ ਦੇ ਵਿੱਚ ਰੇਲ ਬੰਦ ਰਹੀ ਆ ਜੀ। ਹਾਂਜੀ, ਬਹੁਤ ਚੜ੍ਹਦੀ ਕਲਾ ਨਾਲ ਹੰਗਾਰਾ ਮਿਲ ਰਿਹਾ ਸਾਨੂੰ। ਤੁਹਾਡੀ ਸਾਥ ਮੀਡੀਆ ਦੀ ਬਹੁਤ ਵੱਡੀ ਦੇਣ ਆ ਸਾਨੂੰ, ਜੋ ਤੁਹਾਡੀ ਮੀਡੀਆ ਦੀ ਦੇਣ ਬਹੁਤ ਤਕੜੀ ਦੇਣ ਆ। ਇੱਦਾਂ ਤੁਸੀਂ ਭਰਾਓ ਸੇਵਾ ਕਰਦੇ ਰਹੋ, ਆਵਾਜ਼ ਉਠਾਉਂਦੇ ਰਹੋ। ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਦਾ ਏਕਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦਾ ਏਕਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਸੰਗਤ ਜੀ, ਇੱਕ ਬੜੀ ਵਿਲੱਖਣ ਪਰਸਨੈਲਿਟੀ ਦੇ ਨਾਲ ਤੁਹਾਨੂੰ ਅੱਜ ਮਿਲਾਉਣ ਜਾ ਰਹੇ ਹਾਂ। ਹੈਦਰਾਬਾਦ ਤੋਂ ਇਹ ਵੀਰ ਪਹੁੰਚੇ ਨੇ ਤੇ ਤੁਸੀਂ ਦੇਖ ਸਕਦੇ ਹੋ ਦਸਤਾਰ ਸਜੀ ਹੋਈ ਹੈ ਸਿਰ ਤੇ। ਵੀਰ ਜੀ, ਨਾਮ ਕੀ ਤੁਹਾਡਾ? ਜ਼ਿਆਉਰ ਰਹਿਮਾਨ, ਮੁਹੰਮਦ ਜ਼ਿਆਉਰ ਰਹਿਮਾਨ ਜੀ। ਸੋ ਜਿਸ ਤਰ੍ਹਾਂ ਵੀਰ ਨੇ ਆਪਣਾ ਨਾਮ ਦੱਸਿਆ, ਤੁਸੀਂ ਬਖੂਬੀ ਜਾਣ ਗਏ ਹੋਵੋਗੇ ਕਿ ਵੀਰ ਨੇ ਜਿਹੜੇ ਉਹ ਮੁਸਲਿਮ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ, ਪਰ ਬੜੀ ਸੋਹਣੀ ਦਸਤਾਰ ਸਜਾ ਕੇ ਤੇ ਇੰਨੇ ਲੰਮੇ ਪੈਂਡੇ ਤੋਂ ਚੱਲ ਕੇ ਇੱਥੇ ਸਿੰਘੂ ਬਾਰਡਰ ਤੇ ਆਪਣਾ ਯੋਗਦਾਨ ਦੇ ਰਹੇ ਆ, ਕਿਸਾਨਾਂ ਦਾ ਸਾਥ ਦੇ ਰਹੇ ਆ। ਆਓ ਇਹਨਾਂ ਤੋਂ ਜਾਣਦੇ ਆ ਕਿ ਕਿਹੜੀ ਸੋਚ ਲੈ ਕੇ ਉੱਥੋਂ ਚੱਲੇ ਨੇ ਤੇ ਕਿਸ ਤਰ੍ਹਾਂ ਇਹਨਾਂ ਦਾ ਜਿਹੜਾ ਸਫ਼ਰ ਚੱਲ ਰਿਹਾ। मैं यहाँ पे दिसंबर 26 से हूँ। मुझे लगता है कि जब स्टार्टिंग में, जब पंजाब में ये प्रोटेस्ट स्टार्ट हुआ था, यहाँ आने से पहले वहाँ मैं अपने दोस्त थे मेरे पंजाब यूनिवर्सिटी में, चंडीगढ़ यूनिवर्सिटी में, तो हम उनके साथ फॉलो कर रहे थे। तो उन्होंने बताया था कि बहुत अच्छा तरह से संघर्ष कर रहे हैं और सही तरह से फार्म जो एग्रीकल्चर के जो नए लॉज बने हैं उसके जो खामियां हैं और उसके जो नुकसानात हैं उन्होंने बहुत अच्छी तरह से एक्सप्रेस किया था। तो जब यहाँ पे सिंघू बॉर्डर पे प्रोटेस्ट स्टार्ट हुआ तो मुझे पहले से पता था कि जो जिन लोगों ने कानून बनाया है, सीधे से गवर्नमेंट ने, कि वो झूठ का प्रोपेगेंडा फैलाएगी। जैसे ही झूठ का प्रोपेगेंडा स्टार्ट हुआ तो फिर मुझसे रहा नहीं गया, क्योंकि मैं दूसरे आंदोलन में भी जाता रहा हूँ, तो मैं डायरेक्टली यहाँ आ गया। अब स्टार्टिंग में मेरी टीम आई थी, हम NGO चलाते हैं, फिर यहाँ हमने आके लाइब्रेरी सेट किया है। 4 हर जोनर की किताबें उसमें पढ़ने के लिए लोगों को देते हैं इतिहास का। बेसिकली पंजाबी लैंग्वेज की ज़्यादा किताबें यहाँ पे ज़रूरत पड़ती है, तो वो ज़्यादा लगाई है। स्टार्टिंग में ना लोगों को ये बताया, गुमराह करने की कोशिश की गई है कि ये आंदोलन कोई चीज़ नहीं है। हाँ, जब स्टार्टिंग में जब आए हैं तो कुछ लोग हैं जिनके अपने मुद्दे हैं या जिनकी अपनी कोई नीतियाँ हैं, उसको लेके लोग आए हैं, ऐसा बताया गया था गवर्नमेंट की तरफ से। लेकिन जब हमने डीपली इसको इंटेंस तरीके से जब जानने की कोशिश की तो तब पता लगा कि इनका कोई ज़ाती फ़ायदा नहीं है। ये ना सिर्फ सारे हिंदुस्तान के लोगों के लिए, सारे भारत के लोगों के लिए, कि जिस पे एक तरह से हमारी ज़िंदगी टिकी हुई है, एग्रीकल्चर, उसकी एक तरह से रिफॉर्मेशन की ज़रूरत थी। उसको सही तरह से ये लोग रिफॉर्म कर रहे हैं।
जो अभी आंदोलन में और प्रोटेस्ट में बैठे हुए हैं, वो सही तरह से अपनी खेती का जो सही परिभाषा है, उसका परसेप्शन है, वो समझाने की यहाँ पे कोशिश हो रही है। गवर्नमेंट जो कर रही है वो किसी और के लिए कर रही है, ऐसा नहीं है। मैं बताता हूँ, जब स्टार्ट हमने यहाँ पे देखा था तो आपको या लोगों को ये गलतफहमी हो रही है कि पहले लोग ज़्यादा दिखते थे, अब कम नज़र आ रहे हैं, ऐसा लग रहा है। एक्चुअली उसका रीज़न है, जब स्टार्टिंग में मूवमेंट यहाँ से चला, या मान लीजिए दिल्ली के जितने भी बॉर्डर्स हैं, चाहे वो टिकरी बॉर्डर ले लीजिए या शाहजहां ले लीजिए या गाज़ीपुर ले लीजिए, लोग जहाँ स्टार्टिंग में इसलिए जुड़े कि मूवमेंट की हकीकत को समझें। अब समझ के उन्होंने एक्सपैंड करने के लिए अपने अपने एरिया में जा रहे हैं। पूरा रूरल इंडिया अवेयर हो रहा है। जब लोग रूरल इंडिया में अवेयर करने के लिए जब यहाँ से लोग पहुँच रहे हैं, तो गवर्नमेंट को ये लग रहा है कि लोग वापस जा रहे हैं। ऐसा नहीं है, मूवमेंट और मजबूत हो रहा है। आगे चल के ना, अभी ये जो जिस तरह का मूवमेंट अभी यहाँ पे जो सिंघू बॉर्डर पे है, तो अगर और थोड़े दिन हो जाएगा ना, तो मैं समझता हूँ 100 सिंघू बॉर्डर हो जाएंगे, 100 गाज़ीपुर बॉर्डर हो जाएंगे, हो सकता है 1000 टिकरी बॉर्डर हो जाएंगे। क्योंकि अभी रूरल इंडिया में ना, और यूँ कह लीजिए कि वो स्टेट्स जो अभी जुड़ी नहीं है, ऐसा बताया जा रहा है, हर स्टेट जुड़ चुका है। ये और बात है कि कई रीजंस की वजह से, टेक्निकलिटीज़ की वजह से वो हर बंदा या हर आदमी यहाँ पे नहीं आ सकता, तो वो अपनी जगह पे काम कर रहा है। वो एक्चुअल रीज़न वो है, लेकिन बताया जा रहा है कि लोग वापस जा रहे हैं, ऐसा कुछ भी नहीं है। और मजबूत हो रहा है। और जो गवर्नमेंट या यूँ कह लीजिए कि डिफेंस का जो सिस्टम यहाँ पे इन्होंने लगाया है, सुकड़ता हुआ जो नज़र आ रहा है, बोल रहे हैं ना, ये गवर्नमेंट को कि पता चल चुका है कि कहीं ना कहीं उनकी कमी अब उन्हें खलने लगी है, उनका डर उनको लगना है। लेकिन जब जो बंदा डरता है ना, वो ये दिखाने की कोशिश करता है कि हम डरे नहीं हैं, हम डरे नहीं हैं, वो दिखाने की कोशिश कर रहे हैं। हमें पता है एक्चुअली वो डर रहे हैं, इसीलिए वो ना जगह जगह बैरिकेडिंग करने की कोशिश कर रहे हैं, या यूँ कह लीजिए कि रास्ते बंद करने की कोशिश कर रहे हैं। लेकिन आप कितने भी रास्ते बंद कर लीजिए, हम हर जगह पहुँचेंगे। हम इंसानियत के लिए लड़ने वाले हैं, हम हक के लिए लड़ने वाले हैं, बस उसी के लिए आए हैं, जीत लेकर ही जाएंगे। ਜਿੱਤ ਕੇ ਜਾਵਾਂਗੇ, ਜਿੱਤ ਕੇ ਸੋ ਸੰਗਤ ਜੀ, ਇਸ ਸਮੇਂ ਆਪਾਂ ਸੋਰ ਸਿੰਘ ਵਾਲੇ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਹੋਰਾਂ ਦੇ ਪੜਾਅ ਦੇ ਉੱਤੇ ਬੈਠੇ ਹੋਏ ਆ, ਸਿੰਘੂ ਬਾਰਡਰ ਦੇ ਉੱਤੇ। ਸੋ ਇੱਥੇ ਆਪਣੇ ਨਾਲ ਜਿਹੜੇ ਵੀਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਦੋਂ ਤੋਂ ਜਿਹੜੀਆਂ ਸੇਵਾਵਾਂ ਨੇ ਇੱਥੇ ਸੰਪਰਦਾਇ ਬਾਬਾ ਵਿਧੀ ਚੰਦ ਵੱਲੋਂ ਜਿਹੜੀਆਂ ਇੱਥੇ ਚਲਾਈਆਂ ਜਾ ਰਹੀਆਂ ਨੇ ਤੇ ਕਿਸ ਤਰ੍ਹਾਂ ਉਹ ਚੱਲ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰੋਂ ਘਰੋਂ ਵਰਸਾਏ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਸੰਪਰਦਾਇ ਦੇ 12ਵੇਂ ਜਾਨਸ਼ੀਨ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ, ਜੋ ਪਹਿਲਾਂ ਵੀ ਪਿਛਲੇ ਕਾਫੀ ਸਮੇਂ ਤੋਂ ਪਿਛਲੇ ਜਦੋਂ ਤੋਂ ਵੀ ਇਹ ਸੰਘਰਸ਼ ਜਾਰੀ ਆ, ਪਿੱਛੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੀ, ਉਦੋਂ ਤੋਂ ਹੀ ਨਾਲ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਸੇਵਾਵਾਂ ਜਿਹੜੀਆਂ ਲੰਗਰ ਪਾਣੀ, ਜਲ ਪਾਣੀ ਦੀਆਂ ਜਿਸ ਤਰ੍ਹਾਂ ਦੀਆਂ ਵੀ ਉਹ ਨਿਭਾ ਰਹੇ ਆ। ਹੁਣ ਜਦੋਂ ਵੀ ਜਿੱਥੇ ਜਿਸ ਤਰ੍ਹਾਂ ਲੋੜ ਪਈ, ਹੁਣ ਇੱਥੇ ਦਿੱਲੀ ਕੋਈ ਮਹਿਸੂਸ ਕੀਤਾ ਜਾਂਦਾ ਹੈ ਵੀ ਇੱਥੇ ਵੀ ਲੰਗਰ ਜਿਹੜੇ ਵੱਧ ਤੋਂ ਵੱਧ ਚਾਹੀਦੇ ਆ। ਮਹਾਂਪੁਰਸ਼ਾਂ ਹੋਰ ਵੀ ਸੰਪਰਦਾਵਾਂ ਵੱਲੋਂ ਇੱਥੇ ਜਿਹੜੇ ਲੰਗਰ ਜਲ ਪਾਣੀ ਦੀ ਸੇਵਾ ਕੀਤੀ ਜਾ ਰਹੀ ਆ, ਤੇ ਮਹਾਂਪੁਰਸ਼ਾਂ ਨੂੰ ਸੰਪਰਦਾਇ ਦਲ ਬਾਬਾ ਵਿਧੀ ਚੰਦ ਸਾਹਿਬ ਵੱਲੋਂ ਵੀ ਕਿਸਾਨ ਭਰਾਵਾਂ ਵਾਸਤੇ ਸ਼ਾਂਤਮਈ ਅੰਦੋਲਨ ਚੱਲ ਰਹੇ, ਅੰਦੋਲਨ ਵਿੱਚ ਇੱਥੇ ਲੰਗਰ ਦੀ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ। ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਜਿੰਨੇ ਵੀ ਗੁਰੂ ਕੇ ਸਿੱਖ ਆ, ਆਪਣਾ ਸਿੱਖਾਂ ਦਾ ਧਰਮ ਆ ਕਿ ਸਭ ਨੇ ਇਕੱਤਰ ਹੋ ਕੇ ਇਹ ਮੋਰਚੇ ਨੂੰ ਸਫਲ ਕਰਨਾ। ਇਹ ਮੋਰਚਾ ਸਰਕਾਰਾਂ ਦੇ ਨਾਲ ਲੱਗਾ, ਹਿੰਦੁਸਤਾਨ ਦੀ ਸਰਕਾਰ ਨਾਲ ਲੱਗਾ, ਆਪਣੇ ਵੱਡੇ ਜਿੰਨੇ ਵੀ ਆਪਣੇ ਵੱਡੇ ਅਮੀਰ ਲੋਕ ਆ ਉਹਨਾਂ ਦੇ ਨਾਲ ਮੋਰਚਾ ਲੱਗਾ। ਪਰ ਆਪਾਂ ਇਹ ਬੇਨਤੀ ਕਰਦੇ ਹਾਂ ਵੀ ਸਾਧ ਸੰਗਤ ਨੂੰ ਜਿੱਥੇ ਵੀ ਗੁਰੂ ਨਾਨਕ ਦੀ ਸੰਗਤ ਆ, ਇਹ ਮੋਰਚੇ ਦਾ ਪੱਖ ਰੱਖੇ, ਇਹ ਮੋਰਚੇ ਦੇ ਨਾਲ ਮਿਲ ਕੇ ਚੱਲੇ। ਇਹ ਮੋਰਚੇ ਦੇ ਵਿੱਚੋਂ ਕਈ ਕੁ ਆਪਾਂ ਨੂੰ ਲੱਭਣ, ਕਈ ਚੀਜ਼ਾਂ ਆਪਣੀਆਂ ਗਵਾ ਚੁੱਕੀਆਂ ਪਿੱਛੇ ਖਾਲਸੇ ਦੀਆਂ, ਉਹ ਆਪਾਂ ਇਹ ਮੋਰਚੇ ਦੇ ਵਿੱਚੋਂ ਲੱਭ ਕੇ ਜਾਣੀਆਂ। ਤੇ ਮਹਾਂਪੁਰਸ਼ਾਂ ਵੱਲੋਂ ਧੰਨ ਧੰਨ ਬਹਾਦਰ ਬਾਬਾ ਵਿਧੀ ਚੰਦ ਛੀਨਾ, ਗੁਰੂ ਕਾ ਛੀਨਾ, ਉਹਨਾਂ ਵੱਲੋਂ ਇਹ ਗੁਰੂ ਕੇ ਲੰਗਰ ਚੱਲਣ ਡਿਆ, ਗੁਰੂ ਦੀਆਂ ਦੇਗਾਂ ਚੱਲਣ ਡੀਆਂ, ਲੰਗਰ ਚੱਲਣ ਡਿਆ। ਕਿਸੇ ਚੀਜ਼ ਦੀ ਕੋਈ ਇੱਥੇ ਤੋੜ ਨਹੀਂ, ਤੇ ਕਿਸੇ ਚੀਜ਼ ਦਾ ਕੋਈ ਇੱਥੇ ਘਾਟਾ ਨਹੀਂ, ਤੇ ਕੋਈ ਡਰ ਨਹੀਂ।
ਭਾਵੇਂ ਇਹਨਾਂ ਨੇ ਬਾਰਡਰ ਬਣਾਏ ਆ ਤੇ ਜੀ ਸਦਕੇ ਬਣਾਏ ਆ, ਸਾਨੂੰ ਕੋਈ ਇਤਰਾਜ਼ ਨਹੀਂ। ਸਾਡੀ ਤੇ ਰਾਖੀ ਕਰਨ ਡਏ ਘੇਰ ਕੇ, ਸਾਡਾ ਕੋਈ ਵਿਗਾੜ ਥੋੜ੍ਹਾ ਡਿਆ। ਇਹ ਆਪ ਦੇ ਮੂੰਹ ਤੇ ਆਪ ਚਪੇੜ ਮਾਰਨ ਡਏ ਆ। ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਜਿਹੜੀਆਂ ਵਧੀਕੀਆਂ ਕਰਨ ਡਏ ਤੁਸੀਂ ਸਿੱਖਾਂ ਦੇ ਨਾਲ, ਇਹ ਵਧੀਕੀਆਂ ਨਾ ਕਰੋ ਕਿ ਸਿੱਖ ਆਪ ਦੀ ਆਈ ਤੇ ਆ ਗਏ ਤੇ ਫਿਰ ਤੁਹਾਨੂੰ ਸਾਹਮਣੇ ਬਹੁਤ ਔਖੇ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਸ ਸਮੇਂ ਕਿਸਾਨ ਯੂਨੀਅਨ ਦੇ ਆਗੂ ਸਾਹਿਬਾਨ ਸਾਡੇ ਨਾਲ ਮੌਜੂਦ ਨੇ। ਭਾਈ ਪੰਧੇਰ ਸਾਹਿਬ ਜੀ ਇਸ ਸਮੇਂ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਕਿਤੇ ਨਾ ਕਿਤੇ ਇਹ ਖਬਰਾਂ ਵੀ ਫੈਲਾਈਆਂ ਜਾਂਦੀਆਂ ਨੇ ਕਿ ਗਿਣਤੀ ਘਟ ਰਹੀ ਹੈ ਜਾਂ ਹੋਰ ਕਈ ਤਰ੍ਹਾਂ ਦੀ ਨੈਗੇਟਿਵਿਟੀ ਫੈਲਾਈ ਜਾਂਦੀ। ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਜਿਹੜੀ ਉਹ ਕਲੀਅਰ ਕਰਨ, ਉਹ ਜਿਹੜੀਆਂ ਚੀਜ਼ਾਂ ਨੇ ਸੰਗਤ ਦੇ ਨਾਲ ਸਾਂਝੀਆਂ ਕਰਨ। ਮੈਂ ਤੁਹਾਨੂੰ ਓਵਰਆਲ ਚਾਨਣਾ ਪਾ ਦਿੰਦਾ ਵੀ ਦੇਖੋ ਹੁੰਦਾ ਵੀ ਕਰਨਾ ਕੀ ਆ ਵੀ ਸਰਕਾਰ ਇਹਨਾਂ ਹਾਲਤਾਂ 'ਚ ਨਹੀਂ ਹੈ ਵੀ ਕਿਸਾਨ ਅੰਦੋਲਨ 'ਤੇ ਹਮਲਾ ਕਰ ਸਕੇ। ਆਪ ਤਾਂ ਨਹੀਂ ਕੁਝ ਕਰ ਸਕਦੇ। ਕਿਸਾਨ ਅੰਦੋਲਨ ਪੀਸਫੁਲੀ ਤਰੀਕੇ ਨਾਲ ਪੂਰੀ ਦੁਨੀਆ ਦੀ ਅੱਖ ਦਾ ਤਾਰਾ ਵਾ, ਦੇਸ਼ ਲੜ ਰਿਹਾ ਵਾ ਪੂਰਾ। ਪੰਜਾਬੀਆਂ ਨੂੰ ਅੱਡ ਕਰਕੇ ਕੁੱਟਣਾ ਚਾਹੁੰਦੇ ਆ। ਕੱਲ੍ਹ ਦੇ ਰੇਲ ਲੋਕਾਂ ਨੇ ਉਹ ਵੀ ਸਾਬਤ ਕਰਤਾ ਵੀ ਪੂਰਾ ਦੇਸ਼ ਖੜਾ ਵਾ, ਨਾਲ ਖੜੇ। ਹਰਿਆਣੇ ਵਾਲੇ ਕਹਿੰਦੇ ਥੋੜ੍ਹੇ ਤੋਂ ਪਹਿਲਾਂ ਅਸੀਂ ਗੋਲੀ ਖਾਣੀ ਹੈ ਬਈ, ਯੂਪੀ ਵਾਲੇ ਕਹਿੰਦੇ ਅਸੀਂ ਗੋਲੀ ਖਾਣੀ ਹੈ। ਹੁਣ ਇਹ ਜਵਾਬ ਕੀ ਦੇਣ ਇਹਨਾਂ ਨੂੰ? ਜਵਾਬ ਤਾਂ ਨਹੀਂ ਦੇ ਸਕਦੇ। ਹੁਣ ਸਵਾਲ ਹੈ ਵੀ ਲੌਜਿਕ ਵਾਰ ਆ ਗਈ, ਫਿਰ ਮਾਨਸਿਕ ਵਾਰ ਵੀ ਲੋਕਾਂ ਨੂੰ ਦਹਿਸ਼ਤ ਜ਼ਦਾ ਕਿਵੇਂ ਕੀਤਾ ਜਾਵੇ ਵੀ ਇਹਦੋਂ ਕਹਾਂ ਪਹਿਲੋਂ ਇੱਥੇ ਜੀ ਕਿੱਲ ਬੀਜੇ ਗਏ, ਉਹ ਕਿੰਨੀ ਦਹਿਸ਼ਤ ਪਈ ਦੁਨੀਆ ਦੇ ਵਿੱਚ। ਆ ਜੀ ਹੁਣ ਬੈਰੀਕੇਟਿੰਗ ਕਰ ਦਿੱਤੀ ਆ ਜੀ, ਆ ਜੀ ਹੁਣ ਪਾਣੀ ਬੰਦ ਕਰਤਾ ਜੀ, ਆ ਜੀ ਫਰੂਟ ਬੰਦ ਕਰਤਾ ਵੀ ਬਣੀ ਇੰਨੀ ਕੁ ਦਹਿਸ਼ਤ। ਫਿਰ ਨੈੱਟ ਬੰਦ ਕਰ ਦਿਓ ਜੀ, ਨਾ ਪੰਜਾਬ ਵਾਲਿਆਂ ਨੂੰ ਇੱਧਰ ਪਤਾ ਲੱਗੇ ਵੀ ਇੱਧਰ ਕੀ ਹੋਈ ਜਾਂਦਾ, ਨਾ ਉੱਧਰ ਵਾਲਿਆਂ ਨੂੰ ਇੱਧਰ ਪਤਾ ਲੱਗੇ। ਯਾਨੀ ਉਹ ਪ੍ਰੋਸੈਸ ਵੀ ਲੰਘ ਗਿਆ। ਫਿਰ ਜਦੋਂ ਪੂਰੀ ਦੁਨੀਆ ਦੇ ਵਿੱਚ ਬਦਨਾਮੀ ਹੋਈ ਤਾਂ ਦੁਨੀਆ ਦੇ ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ ਜਿਹੜੇ ਹਾਲੀਵੁੱਡ ਦੇ, ਠੀਕ ਹੈ ਜੀ, ਕੋਈ ਹੋਰ ਸੰਸਥਾਵਾਂ ਦੇ ਲੋਕਾਂ ਨੇ ਟਵੀਟ ਕੀਤੇ ਆ। ਫਿਰ ਉੱਤੇ ਅੱਗ ਲੱਗ ਗਈ, ਦੇਸ਼ ਦਾ ਨਾਮ ਬਦਨਾਮ ਹੋ ਰਿਹਾ ਜੀ। ਉਹਨਾਂ ਖਿਲਾਫ ਕਾਰਵਾਈ ਕਰਤੀ। ਕੀ ਹਤਾਸ਼ਾ ਵਾ? ਤੁਸੀਂ ਸੋਸ਼ਲ ਮੀਡੀਆ 'ਤੇ ਕੋਈ ਬੰਦਾ ਸਾਡੇ ਨਾਲ ਉਹਦਾ ਵਾਹ ਵਾਸਤਾ ਨਹੀਂ ਹੈ, ਉਹ ਸਾਡੇ ਆਪਣੇ ਇੱਥੋਂ ਦੇ ਅੰਦੋਲਨ ਦੀ ਹਮਾਇਤ ਕਰਦਾ ਵਾ, ਤੁਸੀਂ ਉਹਨੂੰ ਕਿਵੇਂ ਇਹ ਚਾਰਜਰ ਲਾ ਸਕਦੇ ਹੋ? ਕਿਹੜੀ ਹਿੰਸਾ 'ਚ ਆਉਂਦਾ ਵਾ? ਇਹ ਤਾਂ ਨਹੀਂ ਹੈਗਾ। ਉਹਦੇ ਟਵੀਟ ਨੂੰ ਚੱਕ ਕੇ ਕੋਈ ਟੂਲ ਕਿਟ ਸਾਂਝੀ ਕਰ ਲੈਂਦੀ ਕੁੜੀ 22 ਸਾਲ ਦੀ, ਕਰਨਾਟਕਾ ਵਾਲੀ, ਗਾਹਾਂ ਬੰਬੇ ਵਾਲੀ, ਸਾਰਿਆਂ 'ਤੇ ਪਰਚੇ ਦਰਜ ਕਰ ਦਿੰਦੇ। ਅਸੀਂ ਤਾਂ ਨਹੀਂ ਸੋਸ਼ਲ ਮੀਡੀਆ 'ਤੇ ਵੇਖਿਆ ਵੀ ਆਪਦੇ ਵਿਚਾਰਾਂ ਦੀ ਆਜ਼ਾਦੀ, ਕਿਹੜਾ ਸੰਵਿਧਾਨ ਪੀੜੀ ਵਿਚਾਰਾਂ ਦੀ ਆਜ਼ਾਦੀ? ਤੁਸੀਂ ਇੱਕ ਬੰਨੇ ਕਹੀ ਜਾਂਦੇ ਵੀ ਸਾਡਾ ਸੰਵਿਧਾਨ ਆਜ਼ਾਦੀ ਦਿੰਦਾ, ਤੁਸੀਂ ਆਪਦੇ ਵਿਚਾਰ ਤਾਂ ਰੱਖ ਸਕਦੇ ਹੋ। ਇਹ ਕਿਹੜੀ ਹਿੰਸਾ 'ਚ ਆਉਂਦਾ? ਸਾਰੇ ਦੁਨੀਆ ਦੇ ਮਾਹਰਾਂ ਨੇ ਕਿਹਾ ਵੀ ਇਹ ਨਹੀਂ ਸੰਭਵ ਆ। ਉਹਦੇ ਪਿੱਛੇ ਲੌਜਿਕ ਕਾਰਨ ਸੀਗੇ ਵੀ ਇਹਨੂੰ ਡਰਾਉਣਾ ਕਿਵੇਂ। ਨਵਾਂ ਫਿਰ ਹੱਥਕੰਡਾ ਇੱਥੋਂ ਮਨਦੀਪ ਪੂਨੀਆ ਨੂੰ ਚੱਕਿਆ ਗਿਆ, ਉਹਦੇ ਪਿੱਛੇ ਵੀ ਡਰਾਉਣ ਵਾਲੀ ਪੱਤਰਕਾਰ ਕੋਲ ਨਿਰਪੱਖ ਪੱਤਰਕਾਰੀ ਨਾ ਕਰੇ। ਉਹ ਤੋਂ ਗਾ 8 ਪੱਤਰਕਾਰਾਂ ਦੇ ਦੇਸ਼ ਦਰੋਹੀ ਦੇ ਚਾਰਜ ਲਾਤੇ, ਇਸ ਕਰਕੇ ਵੀ ਜਿਹੜਾ ਨਵਰੀਤ ਸੀਗਾ ਉਹਦੀ ਜਿਹੜੀ ਸ਼ਹਾਦਤ ਹੋਈ, ਉਹਦੇ ਦਾਦੇ ਨੇ ਕਿਹਾ ਮੇਰੇ ਪੁੱਤ ਨੂੰ ਗੋਲੀ ਮਾਰੀ ਆ। ਪੱਤਰਕਾਰ ਉਹ 8 ਨੇ ਉਹਨਾਂ ਦਾ ਵਰਸ਼ਨ ਦੇ ਦਿੱਤਾ ਵੀ ਯਾਰ ਉਹਦਾ ਦਾਦਾ ਆਹ ਦਾਵਾ ਕਰਦਾ। ਹੁਣ ਉਹਨਾਂ ਦੇ ਦੱਸੋ ਇਹ ਕਿੱਧਰ ਦੀ ਗੱਲ ਹੋ ਗਈ? ਇਹ ਸਾਰੀਆਂ ਚੀਜ਼ਾਂ ਦਾ ਸਾਰਾ ਸਿਨੈਰੀਓ ਆ ਵੀ ਲੋਕਾਂ 'ਚ ਦਹਿਸ਼ਤ ਕਿਵੇਂ। ਹੁਣ ਜਦੋਂ ਵੇਖਿਆ ਵੀ ਪੋਜੀਸ਼ਨ ਸਹੀ ਹੋ ਰਹੀ ਆ, ਲੱਭ ਗਏ, ਆਮ ਹਾਲਾਤ ਹੋ ਰਹੇ, 29 ਮੁੰਡੇ ਛੁੱਟ ਕੇ ਘਰ ਨੂੰ ਚਲੇ ਗਿਆ ਵੀ ਲੋਕ ਤਾਂ ਹੁਣ ਵੱਧ ਰਹੇ ਆ, ਜਿੱਡਾ ਵੱਡਾ ਰੇਜ ਲੋਕ ਅੰਦੋਲਨ ਹੋ ਗਿਆ। ਹੁਣ ਵੇਖਿਆ ਵੀ ਹੁਣ ਕੀ ਕਰੀਏ, ਫਿਰ ਚੱਕ ਕੇ ਸਾਰੇ ਆਗੂਆਂ ਦਾ ਇਸ਼ਤਿਹਾਰ ਦੇ ਦਿੱਤੇ ਆ, ਮੁੰਡਿਆਂ ਦੇ ਇਸ਼ਤਿਹਾਰ ਦੇ ਦਿੱਤੇ। ਹੁਣ ਨਵੀਂ ਦਹਿਸ਼ਤ ਕਿਵੇਂ ਕ੍ਰੀਏਟ ਕਰਨੀ? ਠੀਕ ਆ, ਫਿਰ ਚੱਕ ਕੇ ਸਾਡੇ ਵਾਲੇ ਪਾਸੋਂ ਕੱਚਾ ਰਾਹ ਹੁੰਦਾ ਉਹ ਬੰਦ ਕਰਤਾ ਵੀ ਇਹਦੀ ਮੀਡੀਆ ਜਦੋਂ ਗੱਲਾਂ ਜਾਣਗੀਆਂ ਤੇ ਲੋਕਾਂ ਨੂੰ ਕੀ ਪਤਾ ਵੀ ਇੱਥੇ ਕੀ ਹੋ ਰਿਹਾ। ਉਹਨਾਂ ਕਹਿਣਾ ਲੈ ਵੀ ਕਾਕਾ ਤੈਨੂੰ ਨਹੀਂ ਜਾਣ ਦੇਣਾ, ਉੱਥੇ ਤਾਂ ਬੜੀ ਦਹਿਸ਼ਤ ਹੈ। ਹੁਣ ਤੁਸੀਂ ਆਏ ਜੇ ਇੱਥੇ, ਕਿਹੜੀ ਲੋਕ ਦਹਿਸ਼ਤ ਮੰਨ ਰਹੇ ਆ? ਠੀਕ ਆ, ਉਦੋਂ ਕਾ ਉਹਨਾਂ ਦਾ ਨੈਸ਼ਨਲ ਮੀਡੀਆ ਵਾ, ਜੀ ਵਾਲੇ ਸਾਡੇ ਭਰਾਵਾਂ ਨੇ ਕੱਲ੍ਹ ਫੜ ਲਏ, ਜਿਹੜੇ ਕਹੀ ਜਾਂਦੇ ਲੋਕ ਤਾਂ 50 ਜਾ ਰਹੇ ਆ। ਭਾਈ ਆਉਂਦੀਆਂ ਤੁਹਾਨੂੰ ਦੀਦੀਆਂ ਨਹੀਂ, ਜਾਂਦੇ ਤੁਹਾਨੂੰ ਵੱਧ ਦੀਦੇ ਆ। ਸੋ ਇਹ ਚੀਜ਼ਾਂ ਕਰੀਆਂ ਜਾ ਰਹੀਆਂ, ਗਿਣ ਮਿੱਥ ਕੇ ਕਰੀਆਂ ਜਾ ਰਹੀਆਂ। ਤਾਂ ਮੈਨੂੰ ਲੱਗਦਾ ਵੀ ਜੇ ਉਹ ਪੋਜੀਸ਼ਨ ਨਹੀਂ ਰਹਿਣ ਦਿੱਤੀ ਤਾਂ ਆ ਵੀ ਨਹੀਂ ਰਹੀ। ਤੁਹਾਡੇ ਨਾਲ ਗੱਲ ਕਰ ਰਿਹਾ ਵੀ 47 ਤੋਂ ਪਹਿਲਾਂ ਅੰਗਰੇਜ਼ਾਂ ਦਾ ਸਮਾਂ ਯਾਦ ਕੀਤਾ ਜਾਵੇ। ਸਾਡੇ ਵੱਡੇ ਵਡੇਰੇ, ਮੈਨੂੰ ਲੱਗਦਾ ਕੋਈ ਚਿੱਠੀ ਪੱਤਰ ਵੀ ਅੰਗਰੇਜ਼ਾਂ ਨੇ ਕਾਲੇ ਪਾਣੀ ਤੋਂ ਮਰਜ਼ੀ ਨਾਲ ਦਿੰਦੇ ਹੁੰਦੇ ਸੀ। 4 ਫੁੱਟ ਦਾ ਕਹਿੰਦੇ ਕਮਰਾ ਹੁੰਦਾ ਸੀਗਾ, ਉੱਥੇ ਹਾਜ਼ਤ ਕਰਨੀ ਰਹਿਣਾ। ਜੇ ਉਹਨਾਂ ਨੇ ਹਾਰ ਨਹੀਂ ਮੰਨੀ ਤਾਂ ਜਿਹੜੇ ਸਾਡੇ ਦੁਆਲੇ ਆ ਕੁਝ ਕਰ ਰਹੇ ਇਹ ਹਾਰ ਮੰਨ ਜਾਣਗੇ। ਐ ਨਹੀਂ ਹੈਗਾ, ਜੇਲਾਂ ਨਹੀਂ ਡਰਾ ਸਕਦੇ ਸਭ। ਇਹ ਤਾਂ ਬਹੁਤ ਸੌਖੀਆਂ ਹਾਲਤਾਂ ਨੇ। ਠੀਕ ਆ, ਤੁਸੀਂ ਸਧਾਰਨ ਵੇਖੋ, ਸਧਾਰਨ ਬੰਦੇ ਜਿਹੜੇ ਆ ਉਹ ਸਰਕਾਰ ਚੱਕ ਲੈਂਦੀ, ਐਕਟੀਵਿਸਟ ਹੁੰਦੇ ਨੇ, ਉਹਨਾਂ ਦੀ ਮਗਰ ਕੋਈ ਸੰਸਥਾ ਨਹੀਂ ਹੁੰਦੀ ਹੈਗੀ, ਪਰ ਲੋਕ ਉਹਨਾਂ ਦੀ ਗੱਲ ਚੱਕਦੇ ਨੇ, ਲੋਕ ਲੜਦੇ ਨੇ। ਉਹ ਫਿਰ ਬਾਹਰ ਆ ਕੇ ਕਹਿੰਦਾ ਹੱਕ ਤੇ ਟੋਕੇ ਵੀ ਮੈਂ ਸੱਚ ਦੀ ਗੱਲ ਕੱਲ੍ਹ ਵੀ ਕਰਦਾ, ਪਰਸੋਂ ਵੀ ਕਰਦਾ ਰਹਾਂਗਾ। ਹੁਣ ਪੱਤਰਕਾਰਾਂ ਦੇ ਤਾਂ ਉਹਨਾਂ ਨੇ ਕਾਨੂੰਨੀ ਲੜਾਈ ਲੜਨੀ ਹੈ ਨਾ ਤੁਹਾਡੇ ਸਾਹਮਣੇ। ਉਹਨਾਂ ਦੇ ਮਗਰ ਕੋਈ ਆਰਗੇਨਾਈਜੇਸ਼ਨ ਨਹੀਂ ਹੈਗੀ, ਡਰਦੇ ਤਾਂ ਨਹੀਂ, ਉਹ ਫਿਰ ਲਿਖੀ ਜਾਂਦੇ ਮੁਕਾਬਲਾ ਕਰਨਗੇ। ਸੋ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹੇ ਸਰਕਾਰ ਦੇ ਹੱਥ ਕੰਡੇ ਸਾਨੂੰ ਕਿਸੇ ਕਿਸਮ ਦਾ ਡਰਾਵਾ ਦੇ ਕੇ ਜਿਹੜੇ ਉਹ ਸਫਲ ਹੋ ਜਾਣਗੇ। ਇਹ ਜੋ ਕੁਝ ਛੜਯੰਤਰ ਰਚਿਆ ਜਾ ਰਿਹਾ ਵਾ, ਇਹ ਸਰਕਾਰ ਦਾ 10-20 ਦਿਨਾਂ ਤੋਂ ਅੱਗੇ ਨਹੀਂ ਚੱਲਣਾ।
ਇਹਦੇ ਵਿੱਚੋਂ ਮੇਨ ਆ ਵੀ ਪੰਜਾਬ ਦੀ ਜਵਾਨੀ ਨੂੰ ਖਾਸ ਕਰਕੇ ਅੰਦੋਲਨ ਚੋਂ ਬਾਹਰ ਕਰਨਾ, ਦਹਿਸ਼ਤ ਜ਼ਿਆਦਾ ਕਰਨਾ, ਉਹਦਾ ਬਹੁਤ ਵੱਡਾ ਰੋਲ ਆ। ਮੈਂ ਸਾਫ਼ ਕਹਿਣਾ, ਇਹ ਗਾਹਾਂ ਜਾ ਕੇ ਇਹ ਕੇਸ ਰੱਦੀ ਦੀ ਟੋਕਰੀਆਂ 'ਚ ਜਾਣੇ ਨੇ। ਮੋਰਚਾ ਵੀ ਜਿੱਤਾਂਗੇ, ਸਰਕਾਰ ਮਤ ਸੋਚੇ ਕੋ ਦਬਾਅ ਪਾ ਕੇ ਉਹ ਖੇਤੀ ਕਾਨੂੰਨਾਂ ਦੇ ਸਮਝੌਤਾ ਕਰ ਲੂ, ਰੱਦ ਹੋਣੇ ਆ ਤੇ ਹੋਣੇ ਆ। ਇਹ ਪੂਰੇ ਭਾਰਤ ਦੀ ਲੜਾਈ ਆ। ਲੋਕਾਂ ਤੋਂ ਕੋਈ ਵੱਡੀਆਂ ਸਰਕਾਰਾਂ ਨਹੀਂ ਹੁੰਦੇ, ਲੋਕ ਵੱਡੇ ਹੁੰਦੇ, ਲੋਕਤੰਤਰ। ਤੇ ਪੰਧੇਰ ਸਾਹਿਬ ਨਾਲ ਦੀ ਨਾਲ ਇਹ ਵੀ ਜਾਣਕਾਰੀ ਦਿਓ ਕਿ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਸੀ ਅੱਗੇ ਸੀਜ਼ਨ ਆ ਰਿਹਾ, ਪਰ ਉਹਦੇ ਬਾਰੇ ਕੀ ਵਿਉਂਤਬੰਦੀ ਕਿਸਾਨ ਭਰਾਵਾਂ ਦੀ, ਕੀ ਨਸੀਹਤ ਕੋਈ ਕਿਸਾਨ ਆਗੂਆਂ ਵੱਲੋਂ ਵੀ ਜਿਹੜੀ ਕਿਸਾਨ ਭਰਾਵਾਂ ਨੂੰ ਦਿੱਤੀ ਜਾ ਰਹੀ ਹੈ ਜੀ? ਹਾਂ, ਸਰਕਾਰ ਇਸ ਕਿਸਮ ਦੇ ਦਾਅਵੇ ਕਰਦੀ ਆ ਵੀ ਸ਼ਾਇਦ ਜੇ ਕਣਕ ਦੀ ਵਾਢੀ ਆ ਜੂ ਜਾਂ ਗਾਹਾਂ ਝੋਨਾ ਲੱਗਣ ਦਾ ਆ ਜੂ, ਖੁਰੇ ਬੰਦੇ ਨਾ ਆਉਣਗੇ। ਦੋ ਪੱਖ ਆ, ਤੁਸੀਂ ਇਸ ਅੰਦੋਲਨ ਨੂੰ ਅੱਡ ਤਰੀਕੇ ਨਾਲ ਵੇਖੋ। ਤੁਸੀਂ ਵੇਖੋ ਵੀ ਪਹਿਲੋਂ ਸੈਂਕੜੇ ਸੀ, ਫਿਰ ਹਜ਼ਾਰ ਹੋਏ, ਲੱਖ ਹੋਏ, ਹੁਣ ਕਰੋੜਾਂ ਤੇ ਜਾਵਾਂਗੇ। ਸਧਾਰਨ ਕਦੀ ਬਾਣੀਆਂ ਕਹਿੰਦਾ ਹੁੰਦਾ ਸੀ ਮੈਂ ਕਿਸਾਨਾਂ ਨਾਲ ਆ, ਹੁਣ ਪੰਜਾਬ ਦਾ ਦੁਕਾਨ ਤੇ ਬੈਠਾ ਬਾਣੀਆਂ ਕਹਿੰਦਾ ਮੈਂ ਕਿਸਾਨ ਦੇ ਨਾਲ ਆ, ਕਹਿੰਦਾ ਮੇਰੀ ਹੱਟੀ ਬੰਦ ਹੋਈ ਨਹੀਂ। ਡਾਕਟਰ ਕਹਿੰਦਾ ਮੈਂ ਤੁਹਾਡੇ ਨਾਲ ਆ, ਵਕੀਲ ਕਹਿੰਦਾ ਮੈਂ ਤੁਹਾਡੇ ਨਾਲ ਆ, ਮੁਲਾਜ਼ਮ ਕਹਿੰਦਾ ਮੈਂ ਤੁਹਾਡੇ ਨਾਲ ਆ, ਜਿਹੜੇ ਸਧਾਰਨ ਮਜ਼ਦੂਰ ਕਹਿੰਦੇ ਤੁਹਾਡੇ ਨਾਲ ਖੜੇ ਆ। ਮਤਲਬ ਜਿਹੜੇ ਮੁੱਦੇ ਦੀ ਗੱਲ ਜਾਣੀ ਸੀ ਚਲੇਗੀ। ਇਹ ਪੰਜਾਬੀਆਂ ਦਾ ਤਾਂ ਹੁਣ ਕਹਿ ਲਈਏ ਦੇਸ਼ ਦੇ ਵਾਸੀਆਂ ਦਾ ਜਨ ਅੰਦੋਲਨ ਹੈ। ਕਿਸਾਨ ਮਜ਼ਦੂਰ ਅੰਦੋਲਨ ਤੋਂ ਗਾਂਹ ਚਲਾ ਗਿਆ। 2 ਮਹੀਨੇ ਦਾ ਮੁੰਡਾ ਚੱਕ ਕੇ ਮਾਂ ਇੱਥੇ ਆ ਜਾਂਦੀ ਹੈ, ਬੱਚਾ। ਤੁਸੀਂ ਦੱਸੋ ਕੀ ਕਹੋਗੇ ਇਹਨੂੰ? ਤਾਂ ਇਸ ਕਰਕੇ ਜਿਵੇਂ ਆਮ ਜ਼ਿੰਦਗੀ 'ਚ ਅਸੀਂ ਵਹਿੰਦੇ ਆ, ਸੀਜ਼ਨ ਸਾਡੇ ਆਏ ਹੁੰਦੇ, ਕਈ ਵਾਰੀ ਸਾਡੇ ਘਰ ਗਮੀ ਆ ਜਾਂਦੀ ਹੈ। ਸੀਜ਼ਨ ਵੀ ਪਕਾਉਂਦੇ ਆ ਤੇ ਗਮੀ ਵੀ ਕੱਢ ਲੈਂਦੇ। ਸਾਡੇ ਵਿਆਹ ਆ ਜਾਂਦਾ, ਕਣਕ ਦੀ ਵਾਢੀ ਹੋਵੇ, ਬਿਜਾਈ ਹੋਵੇ, ਉਹ ਵਿਆਹ ਵੀ ਕਰਦੇ ਆ, ਕਣਕ ਵੀ ਇੱਕ ਸਾਡੇ ਸਮਾਜ ਦਾ ਹਿੱਸਾ ਨਾ। ਖੁਸ਼ੀ ਆ, ਗਮੀ ਆ। ਹੁਣ ਸਾਡੇ ਬੰਦਿਆਂ ਨੇ ਅੰਦੋਲਨ ਨੂੰ ਇੱਕ ਹਿੱਸਾ ਬਣਾ ਲਿਆ। ਅੰਦੋਲਨ ਇੱਕ ਹਿੱਸਾ ਵਾ, ਤਾਂ ਉਹ ਅੰਦੋਲਨ ਨੂੰ ਛੱਡ ਨਹੀਂ ਸਕਦੇ। ਜਿਵੇਂ ਸਮਾਜ ਦੇ ਵਿੱਚ ਸਾਰੀਆਂ ਜ਼ਿੰਮੇਵਾਰੀਆਂ ਹਿੱਸੇਦਾਰੀ ਆ, ਤੇ ਅੰਦੋਲਨ ਵੀ ਇੱਕ ਜ਼ਿੰਮੇਵਾਰੀ ਆ। ਤਾਂ ਜਿਵੇਂ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ, ਦੇਖਿਓ ਵੱਧ ਕੇ ਆਉਣਗੇ ਲੋਕ। ਸੋ ਅਸੀਂ ਉਹਦੇ ਪ੍ਰਬੰਧ ਪਹਿਲੋਂ ਗਾਉਂ ਕੀਤੇ ਹੋਏ ਆ ਜੀ। ਤਾਂ ਤੁਸੀਂ ਵੇਖੋ 20 ਨੂੰ ਕੱਲ 20 ਜਨਵਰੀ ਆ, ਸਾਡਾ ਗੁਰਦਾਸਪੁਰ, ਹੁਸ਼ਿਆਰਪੁਰ, ਮੇਰੇ ਟਾਂਡੇ ਤੋਂ ਜਥਾ ਭਲੱਥ ਵਾਲਾ, ਤੁਸੀਂ ਵੇਖੋ ਕਿ ਕਿਵੇਂ ਜਾਮ ਲੱਗਾ ਹੁੰਦਾ। ਇਹਨਾਂ ਨੂੰ ਵਿਖਾਵਾਂਗੇ ਵੀ ਜਿਹੜੇ ਲੋਕਾਂ ਦੇ ਡਰ ਗਏ ਕਿਵੇਂ ਹਜ਼ਾਰਾਂ ਟਰੈਕਟਰ ਟਰਾਲੀਆਂ ਨਿਕਲ ਕੇ ਆਉਂਦੀਆਂ। ਸੋ ਇਸੇ ਤਰੀਕੇ ਨਾਲ ਸਾਰੀਆਂ ਜਥੇਬੰਦੀਆਂ ਦੇ ਆਮ ਲੋਕ ਪੂਰੇ ਚੜ੍ਹਦੀ ਕਲਾ 'ਚ ਆ ਰਹੇ, ਪੱਤਰਕਾਰ ਆ ਰਹੇ ਨੇ ਇੱਥੇ, ਬੁੱਧੀਜੀਵੀ ਆ ਰਹੇ ਨੇ ਇੱਥੇ, ਬੀਬੀਆਂ ਆ ਰਹੀਆਂ, ਨੌਜਵਾਨ ਕੁੜੀਆਂ ਆ ਰਹੀਆਂ, ਮੁੰਡੇ ਆ ਰਹੇ ਆ। ਦਿਨੇ ਤੁਸੀਂ ਵੇਖੋ ਹਰਿਆਣੇ ਵਾਲੇ ਨਹੀਂ ਥੰਮੇ ਜਾਂਦੇ ਹੁੰਦੇ ਇੱਥੇ, ਇਹਦੇ ਨਾਅਰੇ ਮਾਰਦੇ ਆ, ਸਭ ਕੁਝ ਕਰਦੇ ਆ। ਤਾਂ ਇਸ ਕਰਕੇ ਕੋਈ ਇੱਥੇ ਸਮੱਸਿਆ ਨਹੀਂ ਹੈਗੀ। ਸਰਕਾਰ ਜਿਹੜਾ ਵਾ ਇਸ ਕਿਸਮ ਦਾ ਤੌਖਲਾ ਖੜਾ ਕਰਨ ਦਾ ਯਤਨ ਕਰ ਰਹੀ ਹੈ, ਉਹ ਸਫਲ ਨਹੀਂ ਹੋਊਗੀ। ਅਸੀਂ ਕਣਕਾਂ ਬਜਾਈ ਵੀ ਨਹੀਂ ਸੀ ਹੋਈ ਜਦੋਂ ਤੁਰੇ ਸਾਂ ਨੂੰ। ਤੇ ਜੇ ਤੁਸੀਂ ਪੰਜਾਬ ਦਾ ਵੇਖੋ ਸਾਰਾ, ਉਹ ਕੀ ਰੇਲ ਰੋਕੋ, ਜਦੋਂ ਅਸੀਂ ਕਣਕ ਫਸਲ ਵੱਢਣ ਡਏ ਹਾਂ ਤੇ ਕਣਕ ਬੀਜੇ, ਰੇਲ ਰੋਕੋ ਛੱਡਤਾ ਸੀ। ਰੇਲ ਰੋਕੋ ਕਣਕ ਦੀ ਬਿਜਾਈ 'ਚ ਵੀ ਚੱਲਿਆ, ਝੋਨੇ ਦੀ ਵਢਾਈ 'ਚ ਵੀ ਚੱਲਿਆ। ਆਂਦੇ ਹੀ ਕਿਸਾਨ ਮੰਡੀਆਂ ਤੇ ਆ, ਤੇ ਅਸੀਂ ਕਿਹਾ ਰੇਲਾਂ ਤੇ ਕੌਣ ਬੈਠਾ ਵਾ? ਇਹ ਪਹਿਲੋਂ ਪੈਂਤਲੇ ਲੋਕਾਂ ਨੇ ਕੁੱਟ ਦਿੱਤੇ ਆ ਤੇ ਗਾਂ ਵੀ ਪੁੱਟਣੇ ਆ। ਇਹ ਮੇਰੇ ਖਿਆਲ ਸਫਲਤਾ ਨਾਲ ਅਸੀਂ ਵਾਢੀ ਵੀ ਕਰਾਂਗੇ ਤੇ ਝੋਨਾ ਵੀ ਲਾਵਾਂਗੇ। ਮੋਦੀ ਦੀ ਮਰਜ਼ੀ ਆ, ਹੁਣ ਮੰਨ ਜੇ ਮੋਦੀ ਜੀ ਦੀ ਮਰਜ਼ੀ ਆਓ, ਸਾਲ ਨੂੰ ਮੰਨ ਜੇ ਅੰਦੋਲਨ ਚੱਲੂਗਾ ਤੇ ਅੰਦੋਲਨ ਜਿੱਤ ਕੇ ਹੀ ਸਿਰਾ ਲਾਊਗਾ।